ਐਗਰੀਕਲਚਰ ਉਹਨਾਂ ਦਾ ਮਾਰਕੀਟਿੰਗ ਸੀਗਾ ਉਹਨਾਂ ਦਾ ਮੇਨ, ਤੇ ਉਹਨਾਂ ਦਾ ਬਹੁਤ ਤਜਰਬਾ ਹੈ ਮਾਰਕੀਟਿੰਗ ਦੇ ਵਿੱਚ। ਇਹ ਪੜ੍ਹਾਉਂਦੇ ਵੀ ਰਹੇ ਆ ਤੇ ਅਸੀਂ ਦੋਵੇਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਸਾਬਕਾ ਵਿਦਿਆਰਥੀ ਹਾਂ ਤੇ ਇਕੱਠੇ ਸੀ ਉਹਨਾਂ ਸਮਿਆਂ ਦੇ ਵਿੱਚ। ਇਹ ਆਮ ਆਦਮੀ ਨਾਲ ਵੀ ਬਹੁਤ ਸ਼ੁਰੂ ਤੋਂ ਜੁੜੇ ਹੋਏ ਹਨ ਤੇ ਸਟੂਡੈਂਟ ਲਾਈਫ 'ਚ ਵੀ ਇਹਨਾਂ ਦੀ ਮੁਹਿੰਮਾਂ ਨਾਲ ਇਹਨਾਂ ਦਾ ਜੋੜ ਰਿਹਾ, ਜਿਹਨੂੰ ਕਿ ਮੋਦੀ ਜੀ ਕਹਿੰਦੇ ਆ ਕਿ ਅੰਦੋਲਨ ਜੀਵੀ ਹੈ। ਸੋ ਅਸੀਂ ਦੋਵੇਂ ਅੰਦੋਲਨ ਜੀਵੀ ਰਹੇ ਹਾਂ ਤੇ ਮੈਂ ਸਰਦਾਰ ਜਗਤਾਰ ਸਿੰਘ ਸੰਘੇੜਾ ਜੀ ਦਾ ਫੇਸਬੁੱਕ ਚਰਚਾ ਦੇ ਉੱਤੇ ਸਵਾਗਤ ਕਰਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਕਵਿੰਦਰ ਜੀ, ਥੈਂਕ ਯੂ ਵੈਰੀ ਮਚ। ਸੋ ਸੰਘੇੜਾ ਜੀ, ਅੱਜ ਆਪਾਂ ਸ਼ੁਰੂ ਕਰਦੇ ਹੈਗੇ ਆ ਕਿ ਅੱਜ ਦਾ ਜਿਹੜਾ ਪਹਿਲੀ ਖਬਰ ਹੈ ਸਾਰੇ ਨਾਲੋਂ ਰੇਲ ਰੋਕੋ ਅੰਦੋਲਨ ਦੀ, ਜਿਹੜਾ ਕਿ ਬੜਾ ਸ਼ਾਂਤਮਈ ਤਰੀਕੇ ਦੇ ਨਾਲ 12 ਤੋਂ 4 ਵਜੇ ਵੀਰਵਾਰ ਨੂੰ ਸਮਾਪਤ ਹੋਇਆ। ਤੇ ਇਸ ਦੀਆਂ ਮੇਨ ਜਿਹੜੀਆਂ ਸੀਗੀਆਂ ਕਿ ਹਰੇਕ ਜੋ ਵੀ ਯਾਤਰੀ ਜੋ ਇਸ ਰੇਲ ਦੇ ਵਿੱਚ ਸਫ਼ਰ ਕਰ ਰਹੇ ਸੀਗੇ ਉਹਨਾਂ ਨੂੰ ਬਹੁਤ ਜ਼ਿਆਦਾ ਸਵਾਗਤ ਕੀਤਾ ਗਿਆ ਉਹਨਾਂ ਦਾ, ਉਹਨਾਂ ਦੀ ਤਕਲੀਫ ਨੂੰ ਸਮਝਿਆ ਗਿਆ, ਉਹਨਾਂ ਨੂੰ ਮਠਿਆਈਆਂ ਤੇ ਚਾਹ ਤੱਕ ਵੀ ਪਿਲਾਈ ਹੈ। ਇਸੇ ਤਰ੍ਹਾਂ ਮੁਲਾਜ਼ਮਾਂ ਨਾਲ ਵੀ ਸੇਵਾ ਕੀਤੀ ਹੈ। ਤੁਸੀਂ ਇਸ ਕਹਿ ਲਓ ਕਿ ਜਿਹੜੀ ਮੂਵਮੈਂਟ ਹੈ ਜੋ ਇਹ ਰੇਲ ਰੋਕੋ ਅੰਦੋਲਨ ਹੈ, ਇਸ ਦੇ ਬਾਰੇ ਵਿੱਚ ਤੁਹਾਡਾ ਕੀ ਵਿਚਾਰ? ਕੁਵਿੰਦਰ ਜੀ, ਇਹ ਇੱਕ ਜਿਹੜਾ ਰੇਲ ਰੋਕੋ ਸੀਗਾ ਅੱਜ ਕੱਲ੍ਹ ਜਿਹੜਾ ਸਫਲ ਹੋਇਆ ਆ, ਉਹ ਇੱਕ ਪੜਾਅ ਸੀਗਾ ਕਿਸਾਨ ਅੰਦੋਲਨ ਦਾ। ਔਰ ਉਹਦੇ ਵਿੱਚ ਜੋ ਲੋਕਾਂ ਨੇ, ਜੋ ਆਮ ਲੋਕਾਂ ਨੇ, ਪੈਸੇਂਜਰਸ ਨੇ ਵੀ, ਸਾਰਿਆਂ ਨੇ ਇੱਕ ਤਾਂ ਵੱਡੇ ਪੱਧਰ ਤੇ ਜਿਹੜੇ ਸੰਘਰਸ਼ੀ ਲੋਕ ਹੈਗੇ ਉਹਨਾਂ ਨੇ ਪਾਰਟੀਸਪੇਟ ਕੀਤਾ ਹੈ ਹਰ ਜਗ੍ਹਾ ਤੇ। ਜਿਹੜੇ ਨਹੀਂ ਵੀ ਪਹਿਲਾਂ ਸੰਘਰਸ਼ ਸੀਗੇ ਉਹਨਾਂ ਦੀ ਵੀ ਸ਼ਮੂਲੀਅਤ ਹੋਈ ਆ, ਉਹ ਵੀ ਰੇਲਾਂ ਤੇ ਆ ਕੇ ਬੈਠੇ ਆ। ਬਹੁਤ ਵੱਡਾ ਸਫਲ ਇਹ ਐਕਸ਼ਨ ਸੀਗਾ ਇਸ ਦਿਨ ਦਾ। ਤੇ ਉਹਦੇ ਵਿੱਚ ਜਿਹੜੀ ਲੋਕਾਂ ਤੋਂ ਪ੍ਰਸ਼ੰਸਾ ਹੋਣੀ ਸੀ, ਉਹ ਪਹਿਲੀ ਪ੍ਰਸ਼ੰਸਾ ਦੀ ਲੜੀ ਦੇ ਵਿੱਚ ਹੀ ਹੈ। ਇਹ ਜਿਹੜਾ ਕਿਸਾਨ ਅੰਦੋਲਨ ਹੈ, ਇਹਨੇ ਨਵੇਂ ਮਾਈਲਸਟੋਨ ਜਿਹੜੇ ਆ ਗੱਡੇ ਆ। ਭਾਰਤੀ ਜਨਤਾ ਪਾਰਟੀ ਨੂੰ ਜਿਹੜੀ ਉਹ ਫਿਰਕਾ ਪ੍ਰਸਤੀ ਫੈਲਾ ਕੇ ਵੋਟਾਂ ਲੈਣ ਦੀ ਨੀਤੀ ਹੈ, ਲੋਕਾਂ ਨੂੰ ਆਪਸ ਵਿੱਚ ਲੜਾਉਣ ਦੀ ਨੀਤੀ ਆ, ਉਹਨੂੰ ਅਮਲੀ ਰੂਪ ਦੇ ਵਿੱਚ ਫੀਲਡ ਦੇ ਵਿੱਚ ਉਹਨਾਂ ਨੂੰ ਮੰਗਾਂ ਤੋਂ ਇਲਾਵਾ ਉਸ ਪਾਸੇ ਵੀ ਜਿਹੜੀ ਆ ਹਾਰ ਦਿੱਤੀ ਆ ਭਾਰਤੀ ਜਨਤਾ ਪਾਰਟੀ ਨੂੰ, ਜਿਨ੍ਹਾਂ ਨੇ ਵੱਖ-ਵੱਖ ਤਰੀਕਿਆਂ ਨਾਲ ਵੰਡਣ ਦੀ ਕੋਸ਼ਿਸ਼ ਕੀਤੀ ਆ, ਕਦੇ ਹਰਿਆਣਾ ਦੇ ਨਾਂ ਤੇ, ਪੰਜਾਬ ਦੇ ਨਾਂ ਤੇ, ਕਦੇ ਖਾਲਿਸਤਾਨੀ ਕਹਿ ਕੇ, ਕਦੇ ਅੱਤਵਾਦੀ ਕਹਿ ਕੇ, ਕਦੇ ਮਾਓਵਾਦੀ ਕਹਿ ਕੇ, ਤੇ ਹੋਰ ਵੀ ਵੱਖ-ਵੱਖ ਤਰੀਕਿਆਂ ਨਾਲ, ਜਿੱਦਾਂ 26 ਜਨਵਰੀ ਨੂੰ ਵੀ ਅੰਦੋਲਨ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀਆਂ ਏਜੰਸੀਆਂ ਆ ਉਹਨਾਂ ਦੀ ਸਾਜ਼ਿਸ਼ ਨਾਲ। ਸੋ ਇਹ ਤਾਂ ਉੱਥੇ ਜੋ ਅੱਜ ਅੰਦੋਲਨ ਦੇ ਵਿੱਚ ਹੋਇਆ ਆ ਕਿ ਕਿਸਾਨਾਂ ਨੇ ਲੰਗਰ ਦੇ ਤੌਰ ਤੇ ਚਾਹ ਤੱਕ ਹੋਰ ਸਾਰੀਆਂ ਚੀਜ਼ਾਂ ਨਾਲ ਖਾਣ ਵਾਲੀਆਂ ਵਸਤਾਂ ਵੀ ਹਰ ਜਗ੍ਹਾ ਤੇ ਵਰਤਾਈਆਂ ਹੋਈਆਂ। ਔਰ ਬੜੇ ਸਲੀਕੇ ਨਾਲ ਅੰਦੋਲਨ ਖਤਮ ਹੋਣ ਤੋਂ ਬਾਅਦ ਜਿੱਥੇ ਜਿੱਥੇ ਵੀ ਧਰਨੇ ਸੀਗੇ ਸਫਾਈ ਵੀ ਕਰਕੇ ਗਏ ਆ, ਹਰ ਇੱਕ ਜਗ੍ਹਾ ਤੋਂ ਪੂਰਾ ਸਲੀਕੇ ਦੇ ਨਾਲ। ਬਿਲਕੁਲ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਬਾਰਡਰਸ ਤੇ ਬੈਠੇ ਆ ਦਿੱਲੀ ਵਿੱਚ, ਚਾਹੇ ਉਹ ਸਿੰਘੂ ਬਾਰਡਰ ਹੈ, ਚਾਹੇ ਟਿਕਰੀ ਹੈਗਾ, ਚਾਹੇ ਗਾਜ਼ੀਆਬਾਦ ਵੱਲ ਜਾਂ ਹੋਰ ਦੂਸਰੇ ਹੈਗੇ ਆ, ਸਾਰੀਆਂ ਹੀ ਥਾਵਾਂ ਤੇ ਜੋ ਆਲੇ ਦੁਆਲੇ ਦੇ ਲੋਕ ਹੈਗੇ ਆ ਜਾਂ ਜੋ ਸੰਬੰਧਿਤ ਪਿੰਡਾਂ ਦੇ ਲੋਕ ਹੈਗੇ ਆ, ਉਹ ਸਾਰੇ ਹੀ ਬਹੁਤ ਸਿਫਤ ਕਰਦੇ ਆ ਔਰ ਆਪਣੇ ਬਿਲਕੁਲ ਗੈਸਟਾਂ ਵਾਂਗੂ, ਬਿਲਕੁਲ ਆਪਣੇ ਭਰਾਵਾਂ ਵਾਂਗੂ ਉਹਨਾਂ ਨਾਲ ਸਾਰਿਆਂ ਨਾਲ ਟਰੀਟ ਕਰਦੇ ਆ। ਇਸੇ ਕਰਕੇ 26 ਜਨਵਰੀ ਦੇ ਜਿਹੜੇ ਅੰਦੋਲਨ ਤੇ ਹਮਲਾ ਸੀ ਕੇਂਦਰ ਸਰਕਾਰ ਦਾ ਇਨਡਾਇਰੈਕਟਲੀ, ਉਹਦੇ ਨਾਲ ਤਸ਼ੱਦਦ ਕਰਨਾ ਵੀ ਸ਼ੁਰੂ ਕੀਤਾ ਸੀਗਾ। ਉਸ ਤੋਂ ਬਾਅਦ ਸਿੰਘੂ ਬਾਰਡਰ ਤੇ ਬੀਜੇਪੀ, ਭਾਰਤੀ ਜਨਤਾ ਪਾਰਟੀ ਨੇ ਦਿਖਾਵਾ ਇਹ ਕਰਕੇ ਕਿ ਲੋਕਲ ਪਿੰਡ ਵਾਲੇ ਇਹਨਾਂ ਦਾ ਵਿਰੋਧ ਕਰ ਰਹੇ ਆ, ਪੱਥਰਬਾਜ਼ੀ ਕੀਤੀ, ਹਮਲਾ ਕੀਤਾ ਸ਼ਾਂਤਮਈ ਕਿਸਾਨਾਂ ਦੇ ਅੰਦੋਲਨ ਤੇ, ਟੈਂਟ ਵੀ ਪਾੜੇ, ਲੰਗਰ ਦੇ ਵਿੱਚ ਵੀ ਜਾ ਕੇ ਨੁਕਸਾਨ ਕੀਤਾ। ਪਰ ਉਹ ਸੀਗੇ ਅਮਲੀ ਰੂਪ ਚ ਭਾਰਤੀ ਜਨਤਾ ਪਾਰਟੀ ਦੇ ਗੁੰਡੇ, ਉਹ ਵੀ ਜਿਹੜੇ ਲੋਕਲ ਰੈਜ਼ੀਡੈਂਟਸ ਤੇ ਵਰਸਸ ਕਿਸਾਨ ਬਣਾਉਣਾ ਚਾਹੁੰਦੇ ਸੀ, ਉਹ ਵੀ ਤਾਂ ਹੀ ਨਹੀਂ ਬਣ ਸਕਿਆ ਕਿਉਂਕਿ ਕਿਸਾਨਾਂ ਦੇ ਅੰਦੋਲਨ ਦੀ ਬਹੁਤ ਲੋਕਪ੍ਰਿਯਤਾ ਹੈ। ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਦਿੱਲੀ ਦੇ ਲੋਕ, ਇਕਵਿੰਦਰ ਜੀ, ਇਸ ਤਰ੍ਹਾਂ ਮੋਰਚੇ ਨੂੰ ਦੇਖਣ ਆਉਂਦੇ ਸੀਗੇ ਜਦੋਂ ਵੀ ਉਹਨਾਂ ਨੂੰ ਛੁੱਟੀ ਹੁੰਦੀ ਸੀ, ਜਿਸ ਤਰ੍ਹਾਂ ਆਪਣੇ ਲੋਕ ਮੇਲੇ 'ਚ ਜਾਂਦੇ ਆ ਨਾ, ਇਸ ਤਰ੍ਹਾਂ ਦੇਖਣ ਆਉਂਦੇ ਸੀਗੇ। ਔਰ ਉੱਥੇ ਫਿਰ ਜਾ ਕੇ ਲੋਕਾਂ ਨੂੰ ਦੱਸਦੇ ਸੀਗੇ ਕਿ ਉੱਥੇ ਜਿਹੜਾ ਰੈਗੂਲਰ ਰੋਟੀ ਪਾਣੀ ਦਾ ਲੰਗਰ ਹੈ ਉਹ ਤਾਂ ਹੈਗਾ, ਕਿਤੇ ਖਜੂਰਾਂ ਦਾ ਲੰਗਰ ਲੱਗਿਆ ਹੈ, ਕਿਤੇ ਕੜਾਹ ਪ੍ਰਸ਼ਾਦ ਦਾ ਲੰਗਰ ਲੱਗਿਆ ਹੋਇਆ, ਕਿਤੇ ਫਰੂਟ ਦਾ ਲੰਗਰ ਹੈ, ਔਰ ਲੋਕ ਸੱਦ ਕੇ ਤੁਹਾਨੂੰ ਖਿਲਾਉਂਦੇ ਆ ਹਰ ਇੱਕ ਤਰ੍ਹਾਂ ਦਾ ਲੰਗਰ ਜਿਹੜਾ ਆ। ਤੇ ਉਸ ਮਾਮਲੇ 'ਚ ਤਾਂ ਇਹ ਅੰਦੋਲਨ ਜਿਹੜਾ ਆ ਸਾਰੀਆਂ ਹੱਦਾਂ ਬੰਨੇ ਟੱਪ ਕੇ ਇੱਕ ਮਾਈਲਸਟੋਨ ਰੱਖ ਦਿੱਤਾ ਆ। ਤੇ ਅਦਰਵਾਈਜ਼ ਵੀ ਵਰਲਡ ਵਾਈਡ
ਇਸ ਅੰਦੋਲਨ ਨੂੰ ਲੋਕਪ੍ਰਿਯਤਾ ਮਿਲੀ ਆ, ਕਿਉਂਕਿ ਜਿੰਨੇ ਵੀ ਕਿਸਾਨ ਆਗੂ ਹੈਗੇ ਆ ਸਾਰਿਆਂ ਨੇ ਇਸ ਅੰਦੋਲਨ ਨੂੰ ਬੜੇ ਡਿਸਿਪਲਿਨ 'ਚ ਰੱਖ ਕੇ ਹਰ ਇੱਕ ਚੀਜ਼ ਤੋਂ ਜਿਹੜਾ ਆ ਸੰਜਮ ਵਰਤ ਕੇ ਘੱਟੋ ਘੱਟ ਜਿਹੜੀ ਆ ਸਹਿਮਤੀ ਹੁੰਦੀ ਆ ਉਹਦੇ ਹਿਸਾਬ ਨਾਲ ਮੰਗਾਂ ਤੱਕ ਹੀ ਸੀਮਿਤ ਰੱਖਿਆ, ਤਾਂ ਕਿ ਖੱਬੇ ਸੱਜੇ ਨਾ ਖਿਸਕੇ। ਬਾਕੀ ਛੋਟੀਆਂ ਮੋਟੀਆਂ ਗਲਤੀਆਂ ਹੁੰਦੀਆਂ ਰਹਿੰਦੀਆਂ ਹੁੰਦੀਆਂ, ਉਹ ਅਗਲੀਆਂ ਮੀਟਿੰਗ ਵਿੱਚ ਸੁਲਝਦੀਆਂ ਰਹਿੰਦੀਆਂ ਹੁੰਦੀਆਂ। ਚਲੋ ਰੇਲ ਰੋਕੋ ਤੋਂ ਗੱਲ ਸ਼ੁਰੂ ਹੋਈ ਸੀ, ਇਸ ਕਰਕੇ ਜਿਹੜਾ ਰੇਲ ਰੋਕੋ ਦਾ ਇੱਕ ਦਿਨ ਦਾ ਐਕਸ਼ਨ ਸੀਗਾ, ਕੁਝ ਘੰਟਿਆਂ ਦਾ, ਤੇ ਉਹ ਬਹੁਤ ਹੀ ਸਕਸੈਸਫੁਲ ਹੋਇਆ ਆ। ਉਹਦੇ ਵਿੱਚ ਤੁਸੀਂ ਸਾਰੇ ਵੀਰ ਵੀ ਵਧਾਈ ਦੇ ਪਾਤਰ ਹੋ, ਤੇ ਸਾਰੇ ਕਿਸਾਨ ਵੀਰਾਂ ਨੂੰ, ਕਿਸਾਨ ਆਗੂਆਂ ਨੂੰ, ਤੇ ਪੰਜਾਬ ਦੇ ਲੋਕਾਂ ਨੂੰ, ਹਰਿਆਣਾ ਦੇ ਲੋਕਾਂ ਨੂੰ, ਤੇ ਸਾਰੇ ਇੰਡੀਆ ਦੇ ਲੋਕਾਂ ਨੂੰ ਤਾਂ ਇਸ ਗੱਲ ਦੀ ਪ੍ਰਸ਼ੰਸਾ ਉਹਨਾਂ ਦੀ ਕਰਨੀ ਤਾਂ ਬਣਦੀ ਹੀ ਹੈ। ਹਾਂਜੀ, ਵੀ ਦੇਖੋ ਇਹ ਜਿਹੜਾ ਪੰਜਾਬ ਨੇ ਜਿਹੜੀ ਐਗਜ਼ਾਮਪਲ ਪੇਸ਼ ਕੀਤੀ ਹੈ, ਹੁਣ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਇੱਕ ਇਹ ਐਗਜ਼ਾਮਪਲ ਬਣੀ ਹੈ ਕਿ ਪੈਸਿਵ ਰੈਜ਼ਿਸਟੈਂਸ ਹੈ ਜਿਹੜਾ। ਹਾਂਜੀ, ਤੇ ਇਹਦਾ ਅਸੀਂ ਜਿਹੜੀ ਐਗਜ਼ਾਮਪਲ ਹੈਗੀ ਆ ਉਹ 1921 ਚ ਜਿਹੜਾ ਸੀਗਾ ਆਪਣਾ ਮੋਰਚਾ ਸਟੈਬਲਿਸ਼ ਕੀਤਾ ਸੀ, ਉਹਦੇ ਨਾਲ ਬਿਲਕੁਲ ਮੇਲ ਜੋਲ ਖਾਂਦਾ ਹੈ, ਜਿਹਦੇ ਕਿ ਮੇਰਾ ਖਿਆਲ ਹੈ ਕਿ 2-3 ਇਹੋ ਜਿਹੇ ਮੋਰਚੇ ਹੈ ਜਿਹੜੇ ਕਿ ਪੰਜਾਬ ਨੂੰ ਜਾਂ ਸਿੱਖਾਂ ਨੂੰ ਕਹਿ ਲਓ ਕਿ ਉਹ ਸੈਪਰੇਟ ਕਰਦੇ ਹੈਗੇ ਆ ਬਾਕੀ ਦੁਨੀਆ ਦੇ ਨਾਲੋਂ, ਕਿ ਅਸੀਂ ਇੱਕ ਬਹੁਤ ਹੀ ਪੈਸਿਵ ਮੂਵਮੈਂਟ ਜਿਹੜੀ ਹੈ ਚਲਾ ਕੇ, ਸ਼ਾਂਤਪੂਰਵਕ ਚਲਾ ਕੇ ਅਸੀਂ ਕਿਵੇਂ ਆਪਦੀਆਂ ਮੰਗਾਂ ਜਿਹੜੀਆਂ ਤੁਹਾਡੇ ਮੂਹਰੇ ਰੱਖ ਸਕਦੇ ਹਾਂ, ਉਹਨਾਂ ਨੂੰ ਮਨਾਉਣ ਦੀ ਤਾਕਤ ਰੱਖ ਸਕਦੇ ਹਾਂ। ਤੇ ਇਹ ਇੱਕ ਕੜੀ ਹੈ ਇਸ ਦੇ ਵਿੱਚ ਜਿਹੜੀ ਕਿ ਹਰੇਕ ਪ੍ਰਾਂਤ ਦੇ ਵਿੱਚ, ਈਵਨ ਬੰਗਾਲ ਦੇ ਵਿੱਚ ਮੈਂ ਦੇਖਿਆ ਕਿ ਉਹਨਾਂ ਨੇ ਰੇਲ ਰੋਕੋ ਅੰਦੋਲਨ ਕੀਤਾ, ਉਹਨਾਂ ਨੇ ਡਿਫਰੈਂਟ ਸਟੇਟਸ ਦੇ ਵਿੱਚ। ਇਹਦੇ ਨਾਲ ਜਿਹੜੇ ਮੋਰਚੇ ਦੇ ਉੱਤੇ ਬੈਠੇ ਆ, ਠੀਕਰੀ ਬਾਰਡਰ ਤੇ ਬੈਠੇ ਜਾਂ ਦੂਜੀ ਥਾਵਾਂ ਤੇ ਬੈਠੇ ਆ, ਉਹਨਾਂ ਨੂੰ ਇਸ ਗੱਲ ਦਾ ਹੌਸਲਾ ਮਿਲਦਾ ਕਿ ਸਾਡੇ ਮਗਰ ਵੀ ਕੋਈ ਨਾ ਕੋਈ ਹੈਗਾ ਜਿਹੜਾ ਕਿ ਸਾਡੀ ਸਪੋਰਟ ਕਰ ਰਿਹਾ ਹੈਗਾ। ਮੈਂ ਗੁਰੂ ਕੇ ਬਾਗ ਦੀ ਪੈਸਿਵ ਰੈਜ਼ਿਸਟੈਂਸ ਦੀ ਨਾਲ ਕੰਪੇਅਰ ਕਰ ਰਿਹਾ ਸੀਗਾ ਕਿ ਇਹ ਕਿਵੇਂ ਅਸੀਂ, ਸਾਨੂੰ ਤਾਂ ਵਿਰਾਸਤ 'ਚ ਇਹ ਚੀਜ਼ ਮਿਲੀ ਹੋਈ ਹੈ ਕਿ ਕਿਵੇਂ ਅਸੀਂ ਆਪਦੀ ਪੈਸਿਵ ਰਹਿ ਕੇ, ਆਪਦੇ ਬਿਨਾਂ ਕਿਸੇ ਲੜਾਈ ਝਗੜੇ ਤੋਂ ਅਸੀਂ ਆਪਣਾ ਰੈਜ਼ਿਸਟੈਂਸ ਜਿਹੜੀ ਆਪਦੀ ਜਿਹੜੀ ਹੈਗਾ ਅੰਦੋਲਨ ਹੈ ਜਿਹੜਾ, ਉਹਨੂੰ ਕਿਵੇਂ ਅਸੀਂ ਚਲਾਉਣਾ ਹੈ। ਤੇ ਇਹਦਾ ਮੇਰਾ ਖਿਆਲ ਸਾਨੂੰ ਵੱਡੀ ਜਿਹੜੀ ਹੈ ਸਾਡੀ ਜਿੱਤ ਹੈ ਉਹ ਵੀ ਇਹੀ ਹੈ ਕਿ ਅਸੀਂ ਇਹਨੂੰ ਸ਼ਾਂਤਮਈ ਤਰੀਕੇ ਦੇ ਨਾਲ ਰੱਖਿਆ ਹੈਗਾ। ਬਾਕੀ ਹੈ ਕਿ ਹੁਣ ਜਿਹੜੀ ਥੋੜੀ ਖਬਰ ਮੈਂ ਆਪਣੇ ਨਗਰ ਨਿਗਮ ਚੋਣਾਂ ਦੀ ਹੈ ਉਹਨਾਂ ਵੱਲ ਚੱਲਦੇ ਹਾਂ, ਕਿਉਂਕਿ ਮੇਰਾ ਖਿਆਲ ਹੈ ਕਿ ਜਿਹੜਾ ਫਾਰਮਰ ਪ੍ਰੋਟੈਸਟ ਹੈ ਉਹਦਾ ਡਾਇਰੈਕਟ ਇੰਪੈਕਟ ਜਿਹੜਾ ਹੈ ਉਹ ਨਗਰ ਨਿਗਮ ਚੋਣਾਂ ਦੇ ਉੱਤੇ ਪਿਆ ਹੈਗਾ। ਤੇ ਉਹਦੇ ਚਲੋ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਦੇਖੋ ਕਾਂਗਰਸ 7 ਨਗਰ ਨਿਗਮਾਂ ਦੇ ਉੱਤੇ ਜਿਹੜੀ ਹੈ ਉਹ ਕਾਬਜ਼ ਕਰ ਗਈ ਹੈ, ਤੇ ਤੁਸੀਂ ਇਸ ਕਾਂਗਰਸ ਦੀ ਜਿੱਤ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਪਹਿਲੀ ਗੱਲ ਤਾਂ ਗੋਬਿੰਦਰ ਜੀ, ਇਹ ਜਿਹੜੀ ਲੋਕਲ ਬੋਡੀਜ਼ ਦੀਆਂ ਚੋਣਾਂ ਆ ਜਾਂ ਪੰਚਾਇਤਾਂ ਦੀਆਂ ਚੋਣਾਂ ਜਾਂ ਹੋਰ ਜਿਹੜੀਆਂ ਵੀ ਸਰਕਾਰ ਬਣਨ ਤੋਂ ਬਾਅਦ ਚੋਣਾਂ ਹੁੰਦੀਆਂ ਆ, ਇਹਨਾਂ ਦੇ ਵਿੱਚ ਸਥਾਨਕ ਮੁੱਦੇ ਭਾਰੂ ਹੁੰਦੇ ਆ। ਔਰ ਸਥਾਨਕ ਮੁੱਦੇ ਵੀ ਜਿਹੜੇ ਆ ਉਹਨਾਂ ਦੇ ਵਾਸਤੇ ਪਹਿਲਾਂ ਤਾਂ ਸਥਾਨਕ ਫੰਡ ਹੁੰਦੇ ਸੀਗੇ, ਹੁਣ ਹੌਲੀ ਹੌਲੀ ਸਾਰੇ ਇਹਨਾਂ ਨੇ ਕੇਂਦਰੀਕਰਨ ਕਰਤਾ ਆ। ਜਿਸ ਤਰ੍ਹਾਂ ਪ੍ਰੋਪਰਟੀ ਟੈਕਸ ਵੀ ਨਵਾਂ ਲਾਤਾ, ਉਹ ਵੀ ਜੇ ਸਾਰਾ ਕੁਝ ਪਹਿਲਾਂ ਸੈਂਟਰ 'ਚ ਜਾਂਦਾ ਹੈ ਤੇ ਸੈਂਟਰ ਦੇ ਰਾਹੀਂ ਥੱਲੇ ਖਰਚਣ ਲਈ ਆਉਂਦਾ ਆ। ਸੋ ਇਹ ਜਿਹੜੀਆਂ ਚੋਣਾਂ ਆ ਨਾ, ਇਹ ਤਾਂ ਪਿਛਲੇ ਸ਼੍ਰੋਮਣੀ ਅਕਾਲੀ ਦਲ ਵੇਲੇ ਵੀ 10 ਸਾਲ ਹੋ ਗਿਆ ਪਹਿਲਾਂ ਇਹਨਾਂ ਨੂੰ। ਕਾਂਗਰਸ ਪਾਰਟੀ ਨੇ ਉਸ ਤੋਂ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਹੁਣੀ ਮੁੱਖ ਮੰਤਰੀ ਸੀਗੇ 2002 ਤੋਂ 7 ਤੱਕ, ਉਦੋਂ ਉਹਨਾਂ ਨੇ ਇਹ ਰਵਾਇਤ ਸ਼ੁਰੂ ਕੀਤੀ ਸੀ ਕਿ ਥੱਲੇ ਧੱਕੇ ਨਾਲ ਜਾਂ ਲਾਲਚ ਦੇ ਕੇ ਜਾਂ ਕੁਛ ਇਸ ਤਰ੍ਹਾਂ ਉੱਥੇ ਥੱਲੇ ਵੀ ਪੰਚਾਂ ਸਰਪੰਚਾਂ ਨੂੰ ਵੀ ਆਪਣੀ ਪਾਰਟੀ ਦੇ ਬਣਾਓ ਤੇ ਦੂਸਰੇ ਵਿੱਚ ਵੀ ਥੋੜੀ ਤਾਕਤ ਦੀ ਵਰਤੋਂ ਕਰੋ। ਤੇ ਫਿਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਨੇ ਤਾਂ ਸਾਰੀਆਂ ਹੱਦਾਂ ਬੰਨੀ ਟੱਪ ਗਏ ਸੀਗੇ। ਅੱਜ ਇਹ ਦੋਸ਼ ਲਾ ਰਹੇ ਆ ਨਾ ਇੱਥੇ, ਅਸੀਂ ਮਤਲਬ ਜਿਹੜੇ ਲਾ ਰਹੇ ਆ, ਅਸੀਂ ਉਹਨਾਂ ਦੀ ਜਿਹੜੀ ਤਬਦੀਲ ਕਰਦੇ ਹਾਂ। ਅਸੀਂ ਖੁਦ ਕਿਹਾ ਵੀ ਧੱਕਾਸ਼ਾਹੀ ਹੋ ਰਹੀ ਆ ਸਾਡੇ ਵਰਕਰਾਂ ਦੇ, ਪੱਟੀ 'ਚ ਵੀ ਅੰਮ੍ਰਿਤਸਰ ਵੱਲ ਵੀ ਥਾਂ ਥਾਂ ਤੇ ਸਾਡੇ ਵਰਕਰ ਜਿਹੜੇ ਡਟ ਕੇ ਖੜੇ ਵੀ ਹੋਏ ਆ। ਇਹ ਤਾਂ ਕਈਆਂ ਥਾਵਾਂ ਤੇ ਦੌੜ ਹੀ ਗਏ ਆ। ਭਾਰਤੀ ਜਨਤਾ ਪਾਰਟੀ ਵਾਲੇ ਤਾਂ ਬਿਲਕੁਲ ਹੀ ਇਕੱਲੇ ਸੀਗੇ, ਇਹ ਤਾਂ ਖਤਮ ਹੋ ਗਏ ਆ। ਤੇ ਸ਼੍ਰੋਮਣੀ ਅਕਾਲੀ ਦਲ ਵਾਲੇ ਆ ਕਈਆਂ ਥਾਵਾਂ ਤੇ ਪਿੱਛੇ ਹਟ ਗਿਆ, ਪਰ ਸਾਡੇ ਵਰਕਰ ਜਿਹੜੇ ਆ, ਸਾਡੇ ਵਲੰਟੀਅਰ ਪਿੱਛੇ ਨਹੀਂ ਹਟੇ। ਅਸੀਂ ਉਸ ਚੀਜ਼ ਦਾ ਵੀ ਮੁਕਾਬਲਾ ਕੀਤਾ ਆ। ਮੇਰਾ ਨਟਸਲ ਕਹਿਣ ਦਾ ਮਤਲਬ ਇਹ ਆ ਕਿ ਜਿਹੜੀ ਸਰਕਾਰ ਹੁੰਦੀ ਆ ਉਹਦਾ ਹੱਥ ਉੱਪਰ ਹੁੰਦਾ ਆ। ਆਪਣਾ ਅਫੀਸ਼ੀਅਲਸ ਦੀ ਦੁਰਵਰਤੋਂ ਕਰਕੇ, ਵਾਰਡਬੰਦੀ ਵਿੱਚ ਭੰਨ ਤੋੜ ਕਰਕੇ, ਤੁਸੀਂ ਹੁਣ ਦੇਖ ਲਓ ਵੀ ਵਾਰਡਬੰਦੀ ਵਿੱਚ ਗੋਬਿੰਦਰ ਜੀ ਇੰਨੀ ਭੰਨ ਤੋੜ ਕੀਤੀ ਗਈ ਆ ਕਿ ਲੋਕਲ ਬੰਦਿਆਂ ਨੂੰ ਕਹਿ ਦਿੱਤਾ ਕਿ ਤੁਸੀਂ ਜਿਹੜੇ ਇਹਨਾਂ ਦੇ ਪਾਰਟੀ ਦੇ ਸੀਗੇ, ਕਾਂਗਰਸ ਪਾਰਟੀ ਦੇ, ਕਿ ਤੁਸੀਂ ਦੱਸੋ ਕਿਹੜਾ ਕੱਟ ਕੇ ਕਿੱਧਰਲੇ ਪਾਸੇ ਲਾਉਣਾ ਹੈ। ਸੋ ਉਸ ਤੋਂ ਬਿਨਾਂ ਲੋਕਲ ਫੰਡਸ ਦੀ ਲੋੜ ਹੁੰਦੀ ਆ। ਫਿਰ ਲੋਕਾਂ ਦੇ ਮਨ 'ਚ ਵੀ ਆ ਜਾਂਦਾ ਵੀ ਇਹ ਜਿਹੜੀ ਸਰਕਾਰ ਇਹਦੇ ਨਾਲ ਹੀ ਰਲ ਕੇ ਚੱਲ ਰਹੀ ਹੈ ਤੇ ਸ਼ਾਇਦ 4 ਪੈਸੇ ਲੱਗ ਜਾਣ, ਕਿਉਂਕਿ ਆਖਰੀ ਵਰੇ 'ਚ ਹੀ ਇਹ
ਪੈਸੇ ਖਰਚਦੇ ਹੁੰਦੇ ਆ, ਪਹਿਲੇ ਵਰਿਆਂ 'ਚ ਤਾਂ ਕਦੀ ਵੀ ਨਹੀਂ ਪੈਸੇ ਖਰਚਦੇ। ਹੁਣ ਲਾਸਟ ਇਲੈਕਸ਼ਨ ਈਅਰ ਹੀ ਸ਼ੁਰੂ ਹੋ ਗਿਆ, ਸੋ ਇਸ ਕਰਕੇ ਵੀ ਲੋਕਾਂ ਦਾ ਥੋੜਾ ਬਹੁਤ ਹੁੰਦਾ ਆ ਕਿ ਰਾਜ ਕਰਦੀ ਜਿਹੜੀ ਪਾਰਟੀ ਆ ਉਹਨੂੰ ਪਾ ਦਈਏ। ਸੋ ਮੈਂ ਟੋਟਲੀ ਇਸ ਗੱਲ ਤੇ ਨਹੀਂ ਮਨਸੂਰ ਕਰਦਾ, ਪਰ ਇਹਨਾਂ ਨੇ ਕਸਰ ਕੋਈ ਨਹੀਂ ਛੱਡੀ ਉਸ ਗੱਲ ਦੇ ਵਿੱਚ। ਤੁਸੀਂ ਅਖਬਾਰਾਂ 'ਚ ਵੀ ਪੜ੍ਹਿਆ ਆ ਵੀ ਇੱਕ ਜਗ੍ਹਾ ਤੇ ਸਾਡੇ ਵਲੰਟੀਅਰਸ ਨੇ, ਆਗੂਆਂ ਨੇ ਵੀ ਇਹ ਗੱਲ ਸਾਹਮਣੇ ਵੀ ਲਿਆਂਦੀ ਹੈ ਕਿ ਜਿਹੜੀ ਗਿਣਤੀ ਤਾਂ 17 ਨੂੰ ਹੋਣੀ ਆ, ਉਹ ਉੱਥੇ ਇਲੈਕਟ੍ਰੋਨਿਕ ਚੀਜ਼ਾਂ ਹੈ ਨਾ, ਕਈ ਚੀਜ਼ਾਂ ਨੂੰ ਫਿਰ ਇਹ ਕਰਨ ਤੋਂ ਰਹਿ ਜਾਂਦੇ ਆ। 16 ਤਰੀਕ ਨੂੰ ਗਿਣਤੀ ਕੀਤੀ ਹੋਈ ਹੈ ਉਹਨਾਂ ਦੀ, ਉਹ ਉਹਦੇ ਜੇ 16 ਤਰੀਕ ਨੂੰ ਸਾਡੀ ਗੈਰ ਹਾਜ਼ਰੀ 'ਚ ਗਿਣਤੀ ਕਰ ਲਈ ਤਾਂ ਚਿਹਰਾ ਫਿਰ ਵੀ ਹੋ ਸਕਦੀ ਆ। ਚਲੋ ਆਪਾਂ ਇਸ ਗੱਲ 'ਚ ਬਹੁਤਾ ਨਹੀਂ ਜਾਂਦੇ। ਆਫ ਕੋਰਸ ਕਾਂਗਰਸ ਪਾਰਟੀ ਦਾ ਰਾਜ ਵੀ ਆ ਤੇ ਥੋੜਾ ਬਹੁਤ ਕੈਪਟਨ ਅਮਰਿੰਦਰ ਸਿੰਘ ਆ ਕਿਸਾਨ ਅੰਦੋਲਨ ਕਰਕੇ ਇਹ ਇੰਪ੍ਰੈਸ਼ਨ ਵੀ ਦੇਣ 'ਚ ਕਾਮਯਾਬ ਹੋਏ ਆ ਕਿ ਮੈਂ ਵੀ ਤੁਹਾਡੇ ਨਾਲ ਹੀ ਆ। ਭਾਵੇਂ ਆਮ ਆਦਮੀ ਪਾਰਟੀ ਜਿੰਨਾ ਤਾਂ ਨਹੀਂ ਇਹਨਾਂ ਨੇ ਮਦਦ ਕੀਤੀ ਹੈਗੀ, ਬਟ ਫਿਰ ਵੀ ਇੱਕ ਅਕਸ ਹੁੰਦਾ ਆ। ਸ਼੍ਰੋਮਣੀ ਅਕਾਲੀ ਦਲ ਤਾਂ ਬਿਲਕੁਲ ਨੰਗਾ ਹੋ ਗਿਆ ਸੀਗਾ ਨਾ, ਕਿਉਂਕਿ ਕਾਫੀ ਮਹੀਨਿਆਂ ਤੱਕ ਇਹ 14 ਸਤੰਬਰ ਤੱਕ ਤਾਂ ਇਹ ਉਹ ਪ੍ਰਚਾਰ ਕਰਦੇ ਰਹੇ ਆ ਭਾਰਤੀ ਜਨਤਾ ਪਾਰਟੀ ਤੋਂ ਵੀ ਅੱਗੇ ਹੋ ਕੇ ਕਿ ਕਾਨੂੰਨ ਬੜੇ ਵਧੀਆ ਨੇ, ਹੋਰ ਸਾਰਾ ਕੁਝ। ਸੋ ਇਹਨਾਂ ਦੇ ਵਿੱਚ ਨਟਸ਼ਲ ਜਿਹੜੀ ਗੱਲ ਹੈ, ਭਾਵੇਂ ਦੇਖਣ ਨੂੰ ਇਹ ਲੱਗਦਾ ਹੈ ਕਿ ਕਾਂਗਰਸ ਪਾਰਟੀ ਜਿਹੜੀ ਆ ਭਾਰੂ ਰਹੀ ਹੈ, ਔਰ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਇਹ ਵੀ ਕਿਹਾ ਕਿ ਸੈਮੀ ਫਾਈਨਲ ਹੈ 2022 ਦੀਆਂ ਚੋਣਾਂ ਦਾ। ਪਹਿਲੀ ਗੱਲ ਤਾਂ ਇਹ ਚੋਣਾਂ ਕਦੀ ਸੈਮੀ ਫਾਈਨਲ ਨਹੀਂ ਹੋਈਆਂ। ਜਦੋਂ ਹੁਣ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਹਾਰਿਆ ਹੈ ਪਿਛਲੀ ਇਲੈਕਸ਼ਨ, ਜਦੋਂ ਕੈਪਟਨ ਅਮਰਿੰਦਰ ਸਿੰਘ ਹੁਣੀ ਮੁੱਖ ਮੰਤਰੀ ਬਣੇ ਆ, ਉਹ ਤੋਂ ਪਹਿਲਾਂ ਜਿਹੜੀਆਂ 2015 ਚੋਣਾਂ ਹੋਈਆਂ ਸੀ ਉਹ 'ਚ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੇ ਵੀ ਇਹੀ ਕੁਛ ਕੀਤਾ ਸੀ, ਇਹਨਾਂ ਦੀ ਜਿੱਤ ਹੋਈ ਸੀ, ਪਰ ਬਾਅਦ 'ਚ ਹਾਰ ਗਏ ਸੀਗੇ। ਸੋ ਇਹਦੇ ਵਿੱਚ ਜੇ ਕੋਈ ਪ੍ਰਾਪਤੀ ਹੋਈ ਹੈ ਤਾਂ ਆਮ ਆਦਮੀ ਪਾਰਟੀ ਦੀ ਪ੍ਰਾਪਤੀ ਹੋਈ ਹੈ, ਕਿਉਂਕਿ ਅਸੀਂ ਪਹਿਲਾਂ ਚੋਣਾਂ ਲੜੀਆਂ ਨਹੀਂ ਸੀ ਤੇ ਸ਼ਹਿਰਾਂ ਵਿੱਚ ਸਾਡਾ ਵੋਟ ਬੈਂਕ ਇੰਨਾ ਨਹੀਂ ਸੀਗਾ। ਇਹ ਮਤਲਬ ਮੈਂ ਇਹ ਕਹੂੰਗਾ ਕਿ ਸ਼ੁਭ ਸ਼ਗਨ ਹੈ ਤੇ ਸਾਡੀ ਅੱਗੇ ਨਾਲੋਂ ਪ੍ਰਗਤੀ ਹੋਈ ਆ। ਮੈਂ ਵੀ ਆਊਟਸਟੈਂਡਿੰਗ ਨਹੀਂ ਮੈਂ ਕਹਿੰਦਾ, ਕਿਉਂਕਿ ਅਸੀਂ ਕਦੀ ਵੀ ਜੇ ਆਊਟਸਟੈਂਡਿੰਗ ਹੋ ਗਿਆ ਫਿਰ ਤਾਂ ਅਸੀਂ ਮਿਹਨਤ ਹੀ ਨਹੀਂ ਕਰਾਂਗੇ। ਮਤਲਬ ਅਸੀਂ ਜਿੰਨੀ ਰਿਜ਼ਲਟ ਦੀ ਆਸ ਕਰਦੇ ਸੀ ਉਹਦੇ ਨੇੜੇ ਤੇੜੇ ਹੈਗੇ ਹੈ। ਸ਼ਹਿਰੀ ਇਲਾਕਿਆਂ 'ਚ ਸਾਡੇ ਨੁਮਾਇੰਦੇ, ਜਿੱਥੇ ਸਾਡੀ ਇੱਕ ਹਾਜ਼ਰੀ ਵੀ ਨਹੀਂ ਸੀਗੀ, ਉੱਥੋਂ ਸਾਨੂੰ ਕਾਫੀ ਵੋਟਾਂ ਮਿਲੀਆਂ। ਦੂਜੇ ਨੰਬਰ ਤੇ ਅਸੀਂ ਉਸ ਪਰਸੈਂਟੇਜ ਦੇ ਹਿਸਾਬ ਨਾਲ ਵੀ ਤੇ ਗਿਣਤੀ ਦੇ ਹਿਸਾਬ ਨਾਲ ਅਸੀਂ ਆਏ ਹਾਂ। ਬਾਕੀ ਇਹਨਾਂ ਦੋਨਾਂ ਪਾਰਟੀਆਂ ਦਾ ਕਾਡਰ ਹੈ, ਕਾਡਰ ਦੇ ਹਿਸਾਬ ਨਾਲ ਕੁਝ ਵੋਟ ਤਾਂ ਇਹਨਾਂ ਕੋਲ ਪਹਿਲਾਂ ਹੈਗੀ ਹੈ ਨਾ, ਇੰਨੀਆਂ ਪੁਰਾਣੀਆਂ ਪਾਰਟੀਆਂ ਹੈਗੀਆਂ। ਪੈਸੇ ਦਾ ਜ਼ੋਰ ਇਹਨਾਂ ਕੋਲ ਹੈਗਾ। ਗੁੰਡਾਗਰਦੀ ਸ਼ਰੇਆਮ ਅਖਬਾਰਾਂ 'ਚ ਵੀ ਆਇਆ, ਸੋਸ਼ਲ ਮੀਡੀਆ ਤੇ ਵੀ ਆਇਆ, ਗੁੰਡਾਗਰਦੀ ਵੀ ਸ਼ਰੇਆਮ ਕੀਤੀ ਗਈ ਹੈ ਤੇ ਅਸੀਂ ਸਾਰਿਆਂ ਨੇ ਸ਼ਾਂਤਮਈ ਹੋ ਕੇ ਇਹਨਾਂ ਦੀ ਗੁੰਡਾਗਰਦੀ ਸਹਾਰੀ ਵੀ ਆ, ਪਰ ਅਸੀਂ ਮੈਦਾਨ 'ਚੋਂ ਭੱਜੇ ਨਹੀਂ ਹੈਗੇ। ਸੱਟਾਂ ਵੀ ਖਾਧੀਆਂ ਸਾਡੇ ਮੁੰਡਿਆਂ ਨੇ, ਪਰ ਮੁਕਾਬਲਾ ਕੀਤਾ ਆ, ਪੂਰਾ ਪ੍ਰਚਾਰ ਕੀਤਾ ਆ। ਇੱਕ ਥੋੜਾ ਬਹੁਤ ਸਾਡਾ ਜਿਹੜਾ ਢਾਂਚਾ ਥੱਲੇ ਤਾਂ ਅਸੀਂ ਬਣਾ ਲਿਆ ਆ, ਸੂਬੇ ਲੈਵਲ ਤੇ ਢਾਂਚਾ ਜਿਹੜਾ ਸਾਡਾ ਪੂਰੀ ਤਰ੍ਹਾਂ ਪੁਨਰਗਠਨ ਉਹਦਾ ਨਹੀਂ ਹੋਇਆ ਤੇ ਇਸ ਕਰਕੇ ਮਤਲਬ ਇਹ ਬਹੁਤ ਵਧੀਆ। ਅਦਰਵਾਈਜ਼ ਅਸੀਂ ਪ੍ਰਗਤੀ ਆਪਣੀ ਮੰਨਦੇ ਆ, ਲੋਕ ਸਾਡੀ ਗੱਲ ਸੁਣਦੇ ਆ, ਲੋਕ ਸਾਨੂੰ ਸੁਝਾਅ ਦਿੰਦੇ ਆ, ਲੋਕ ਸਾਨੂੰ ਵੈਲਕਮ ਕਰਦੇ ਆ। ਸਪੈਸ਼ਲੀ ਮੈਂ ਕਹੂੰਗਾ ਕਿ ਦੁਆਬਾ ਤੇ ਮਾਝਾ ਦੇ ਏਰੀਏ ਵਿੱਚ ਅਸੀਂ ਪਹਿਲਾਂ ਬਹੁਤ ਕਮਜ਼ੋਰ ਸੀਗੇ, ਇਹਦੇ ਨਾਲ ਸਾਨੂੰ ਕਾਫੀ ਹੌਸਲਾ ਮਿਲਿਆ। ਮਾਝੇ ਦੇ ਵਿੱਚ, ਦੁਆਬਾ ਤੇ ਮਾਝਾ, ਮਾਲਵੇ ਦੇ ਵਿੱਚ ਤਾਂ ਪਹਿਲਾਂ ਹੀ ਪਾਰਟੀ ਦੇ ਪੈਰ ਕਾਫੀ ਮਜ਼ਬੂਤ। ਸੋ ਇਹਦੇ 'ਚ ਮੈਂ ਇਹ ਕਹਿੰਦਾ ਕਿ ਚੰਗੀ ਗੱਲ ਹੈ, ਇਹ ਕਾਂਗਰਸ ਨੂੰ ਇਹ ਭਰਮ ਰਹਿਣਾ ਚਾਹੀਦਾ ਕਿ ਉਹ ਉੱਤੇ ਹੈ, ਤਾਂ ਕਿਉਂਕਿ ਜਦੋਂ ਫਾਈਨਲ ਹੋਊਗਾ ਨਾ ਉਦੋਂ ਉਹਨਾਂ ਨੇ ਇੰਨਾ ਜ਼ੋਰ ਨਹੀਂ ਲਾਉਣਾ ਤੇ ਆਪਾਂ ਜ਼ੋਰ ਲਾਉਣਾ ਇਸ ਗੱਲ ਦੇ ਉੱਤੇ ਕਿ ਜਿਹੜਾ ਸਾਨੂੰ ਹੋਰ ਵੋਟਾਂ ਜਿਹੜੀਆਂ ਅਰਬਨ ਵੋਟਾਂ ਮਿਲਣ। ਰੂਰਲ ਏਰੀਆ ਦੇ ਵਿੱਚ ਨੋ ਡਾਊਟ ਕਿ ਆਪਣਾ ਆਪ ਦਾ ਪੂਰਾ ਜ਼ੋਰ ਹੈ ਤੇ ਅਰਬਨ ਦੇ ਵਿੱਚ ਜਿਹੜਾ ਇਹਦੇ ਨਾਲ ਐਸਟੈਬਲਿਸ਼ਮੈਂਟ ਹੋਈ ਹੈ, ਇਹਦੇ ਨਾਲ ਸਾਨੂੰ ਹੁੰਗਾਰਾ ਮਿਲੂਗਾ। ਹੋ ਸਕਦਾ ਕਿ ਜਿਹੜਾ ਅਸੈਂਬਲੀ ਇਲੈਕਸ਼ਨ ਹੈ ਉਹਦੇ 'ਚ ਸਾਨੂੰ ਹੋਰ ਇਸ ਗੱਲ ਦੇ ਵਿੱਚ ਸਾਥ ਮਿਲੇ। ਨੰਬਰ 2 ਤੇ ਜਿਹੜੇ ਲੋਕਲ ਬਾਡੀਜ਼ ਹੈਗੀਆਂ ਉਹਨਾਂ ਨੂੰ ਕੋਈ ਲਾਲਚ ਨਹੀਂ ਹੋਊ ਉਦੋਂ ਕਿ ਅਸੀਂ ਪੈਸੇ ਲੈਣੇ ਆ ਤੇ ਅਸੀਂ ਇਹਨਾਂ ਨੂੰ ਸਪੋਰਟ ਕਰੀਏ ਜਾਂ ਕਿਹਨੂੰ ਕਰੀਏ। ਤੇ ਇਸ ਤੋਂ ਅੱਗੇ ਆਪਾਂ ਚੱਲਦੇ ਹਾਂ ਜੀ ਕਿਸਾਨ ਅੰਦੋਲਨ ਬੰਨੀ। ਤੇ ਤੁਸੀਂ ਕੀ ਸਮਝਦੇ ਆ ਕਿ ਕਿਸ ਮੋੜ ਦੇ ਉੱਤੇ ਇਸ ਵੇਲੇ ਕਿਸਾਨ ਅੰਦੋਲਨ ਖੜਾ ਹੈ? ਤੁਹਾਡਾ ਕੀ ਅੰਦਾਜ਼ਾ ਹੈ ਕਿ ਇਹ ਕੀ ਮੋੜ ਲੈ ਸਕਦਾ? ਇਹ ਚੰਗੇ ਵੱਲ ਸੋਚੀਏ ਤਾਂ ਕੀ ਹੋ ਸਕਦਾ ਹੈ, ਜੇ ਮਾੜੀ ਗੱਲ ਵੱਲ ਸੋਚੀਏ ਤਾਂ ਕੀ ਹੋ ਸਕਦਾ ਹੈ? ਇਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਸੋਚਣਾ ਤਾਂ ਚੰਗੇ ਬਾਰੇ ਹੀ ਚਾਹੀਦਾ ਆ, ਆਸ਼ਾਵਾਦੀ ਹੋਣਾ ਚਾਹੀਦਾ, ਪਰ ਇੱਕ ਜ਼ਰੂਰ ਗੱਲ ਹੈਗੀ ਹੈ ਕਿ ਲੰਬਾ ਸਿਦਕ ਰੱਖ ਕੇ ਚੱਲਣਾ ਪੈਣਾ, ਜਿਹੜਾ ਕਿ ਕਿਸਾਨ ਜਥੇਬੰਦੀਆਂ ਨੇ ਰੱਖਿਆ ਵੀ ਹੋਇਆ। ਕਿਉਂਕਿ ਇਹ ਜਿਹੜਾ ਅੰਦੋਲਨ ਹੈ ਇਹ ਸਧਾਰਨ ਅੰਦੋਲਨ ਦੂਸਰੀਆਂ ਜਥੇਬੰਦੀਆਂ ਵਾਂਗ ਨਹੀਂ ਹੈ ਕਿ ਮੁਲਾਜ਼ਮਾਂ ਦਾ ਅੰਦੋਲਨ ਹੈ ਜਿਹਦੇ ਵਿੱਚ ਡੀਏ ਜਾਰੀ ਕਰਨ ਦੀ ਮੰਗ ਹੈ ਜਾਂ ਤਨਖਾਹਾਂ 'ਚ ਵਾਧਾ ਕਰਨ ਦੀ ਮੰਗ ਹੈ ਜਾਂ ਨਵੀਆਂ ਨਿਯੁਕਤੀਆਂ, ਖਾਲੀ ਜਿਹੜੀਆਂ ਜੌਬਸ ਪਈਆਂ ਉਹ ਭਰਨ ਦੀ ਡਿਮਾਂਡ ਹੈ, ਜਿਹਦੇ ਵਿੱਚ ਕੁਝ ਲੈ ਦੇ ਕੇ ਵੀ ਸਮਝੌਤਾ ਹੋ ਸਕਦਾ ਹੈ। ਇਹਦੇ ਵਿੱਚ ਕਿਸਾਨੀ ਦੀ ਸਰਵਾਈਵਲ ਦੀ ਗੱਲ ਹੈ। ਉਸ ਤੋਂ ਬਾਅਦ ਕਿਸਾਨੀ ਦੇ ਨਾਲ ਜਿਹੜੇ ਆਲੇ ਦੁਆਲੇ ਲੋਕ ਜੁੜੇ ਹੋਏ ਆ, ਕਿਸਾਨੀ ਕਿੱਤੇ ਦੇ ਆਲੇ ਦੁਆਲੇ, ਭਾਵੇਂ ਉਹ ਕਮਿਸ਼ਨ ਏਜੰਟਸ ਨੇ ਜਿਹੜੇ ਵੈਲ ਆਫ ਵੀ ਨੇ, ਉਹਨਾਂ ਦੇ ਕਿੱਤੇ ਨੂੰ ਢਾਹ ਲੱਗ ਰਹੀ ਆ।
ਕੱਲੇ ਪੰਜਾਬ 'ਚ ਹੀ 26,000 ਪਰਿਵਾਰ ਹੈਗੇ ਆ, ਨਾਲ 1.5-2 ਲੱਖ ਤਾਂ ਪੰਜਾਬ 'ਚ ਹੀ ਮਜ਼ਦੂਰ ਬਣ ਜਾਂਦਾ, ਜਿਹੜਾ ਡਾਇਰੈਕਟਲੀ ਔਰ ਇਨਡਾਇਰੈਕਟਲੀ ਇਹਦੇ ਨਾਲ ਜੁੜਿਆ ਹੋਇਆ ਹੈ, ਜਿਹਦਾ ਨੁਕਸਾਨ ਹੋਣਾ ਆ, ਬੇਰੁਜ਼ਗਾਰ ਹੋਣਗੇ, ਮਜ਼ਦੂਰੀ ਜਿਹੜੀ ਆ ਅੱਧੀ ਕੀਮਤ ਤੇ ਕਰਨੀ ਪੈਣੀ ਹੈ। ਤੇ ਇਸੇ ਤਰ੍ਹਾਂ ਹੀ ਛੋਟਾ ਦੁਕਾਨਦਾਰ, ਦੂਸਰੇ ਤੀਸਰੇ ਈਵਨ ਕੱਪੜੇ ਦੀਆਂ ਦੁਕਾਨਾਂ ਤੱਕ ਅਸਰ ਪੈਣਾ ਜਦੋਂ ਕਿਸਾਨਾਂ ਦਾ ਨੁਕਸਾਨ ਹੋਇਆ। ਕਿਸਾਨਾਂ ਦੀ ਜ਼ਮੀਨ ਖੁਸਣੀ ਹੈ। ਆਪਾਂ ਲੌਜ਼ ਬਾਰੇ ਜੇ ਕੋਈ ਵੀ ਜਿਹੜੀ ਇੰਟਰਸਟਿੰਗ ਗੱਲ ਹੋਊਗੀ ਆਪਾਂ ਹੋਰ ਵੀ ਡਿਸਕਸ ਕਰ ਲਾਂਗੇ। ਸੋ ਇਹ ਬਹੁਤ ਵੱਡੀ ਗੱਲ ਹੈ, ਔਰ ਇਹ ਜਿਹੜਾ ਸਾਰਾ ਕੁਝ ਕੀਤਾ ਜਾ ਰਿਹਾ ਆ, ਭਾਵੇਂ ਅਦਾਨੀ ਅੰਬਾਨੀ ਇੰਡੀਆ ਦੇ ਜਿਹੜੇ ਕਰੋੜਪਤੀ ਹੈ, ਅਰਬ ਖਰਬਪਤੀ ਨੇ, ਅਮੀਰ ਵਿਅਕਤੀ ਨੇ, ਉਹਨਾਂ ਦੀ ਝੋਲੀ 'ਚ ਹੀ ਸਾਰਾ ਕੁਝ ਪਾਇਆ ਜਾ ਰਿਹਾ, ਬਟ ਅਲਟੀਮੇਟਲੀ ਇਹ WTO ਵਿਸ਼ਵ ਵਪਾਰ ਸੰਸਥਾ ਜਿਹੜੀ ਆ ਉਹਦੀ ਡਾਇਰੈਕਸ਼ਨ ਤੇ ਜਾਂ ਉਹਦੇ ਨਾਲ ਜਿਹੜੇ ਸਮਝੌਤੇ ਕੀਤੇ ਆ, ਜਿਹੜਾ ਕਾਂਗਰਸ ਨੇ ਪਹਿਲਾਂ 1994 ਤੋਂ ਸ਼ੁਰੂ ਕੀਤਾ ਹੋਇਆ, ਉਸੇ ਲਾਈਨ 'ਚ ਹੀ ਉਹਨਾਂ ਲੀਹਾਂ ਤੇ ਚੱਲ ਕੇ ਭਾਰਤੀ ਜਨਤਾ ਪਾਰਟੀ ਨੇ ਇਹ ਕਿਸਾਨਾਂ ਤੇ ਹੱਲਾ ਬੋਲਿਆ, ਤਾਂ ਕਿ ਕਿਸਾਨੀ ਜਿਹੜੀ ਹੈ ਉਹ ਵਪਾਰੀਆਂ ਦੇ ਹਵਾਲੇ ਕੀਤੀ ਜਾਵੇ। ਜਿਹੜੇ ਖਾਣ ਵਾਲੇ ਪਦਾਰਥ ਨੇ ਉਹਨਾਂ ਦਾ ਸਾਰਾ ਵਪਾਰ ਜਿਹੜਾ ਐਡਾ ਵੱਡਾ ਇਹ ਇੱਕ ਸੈਕਟਰ ਹੈਗਾ ਆ, ਇਹ ਸਾਰੇ ਵਪਾਰੀਆਂ ਦੇ ਹਵਾਲੇ ਕੀਤਾ ਜਾਵੇ, ਜਿਹਦੇ ਨਾਲ ਕਿਸਾਨ ਜਿਹੜੇ ਆ ਉਹ ਖਤਮ ਹੋਣ ਕਿਨਾਰੇ ਹੋ ਜਾਣਗੇ। ਛੋਟੇ ਕਿਸਾਨ ਜਿਹੜੇ ਮਜ਼ਦੂਰ ਬਣ ਜਾਣਗੇ, ਮੀਡੀਅਮ ਕਿਸਾਨਾਂ ਨੂੰ ਵੀ ਕਾਫੀ ਨੁਕਸਾਨ ਹੋਏਗਾ, ਕੁਛ ਇੱਕ ਥੋੜੇ ਬਹੁਤ ਜਿਹੜੇ ਵੱਡੇ ਆ ਉਹ ਸ਼ਾਇਦ ਬਚ ਰਹਿਣ, ਮਤਲਬ ਬੜੀ ਉਥਲ ਪੁਥਲ ਹੋਏਗੀ। ਸੋ ਇਸ ਕਰਕੇ ਇਹ ਕਿਸਾਨਾਂ ਨੇ ਗੱਲ ਸਮਝ ਲਈ ਆ, ਕਿਉਂਕਿ ਕਿਸਾਨ ਜਥੇਬੰਦੀਆਂ ਭਾਵੇਂ ਥੋੜੀਆਂ ਗਿਣਤੀ 'ਚ ਜ਼ਿਆਦਾ ਨੇ, ਬਟ ਇਸ ਗੱਲ ਨੂੰ ਸਾਰਿਆਂ ਨੇ ਸਮਝ ਲਿਆ, ਕਿਉਂਕਿ ਇੱਕ ਤਾਂ ਉਹਨਾਂ ਦੇ ਸੀਜ਼ਨ ਲੀਡਰ ਨੇ, ਜਿਹੜੇ ਯੰਗ ਮੁੰਡੇ ਨੇ ਉਹ ਸਾਰੇ ਪੜ੍ਹੇ ਲਿਖੇ ਨੇ, ਉਹ ਸਾਰੀ ਗੱਲ ਨੂੰ ਸਮਝਦੇ ਨੇ, ਇੰਟੈਲੈਕਚੁਅਲ ਕਿਸਮ ਦੇ ਵਿਅਕਤੀ ਨੇ। ਸੋ ਕਿਸਾਨ ਲੀਡਰਸ਼ਿਪ ਬੜੀ ਸਿਆਣੀ ਆ, ਜਿਹੜੇ ਉਹਨਾਂ ਦੇ ਆਪਣੇ ਦੂਸਰੇ ਬਖਰੇਵੇਂ ਹੈਗੇ ਆ, ਉਹਨਾਂ ਨੂੰ ਸਾਈਡ ਤੇ ਰੱਖ ਕੇ ਜਿਹੜੇ ਇਸ ਅੰਦੋਲਨ ਦੀਆਂ ਮੰਗਾਂ ਨੇ ਉਹਦੇ ਤੇ ਉਹ ਸਾਰੇ ਇਕੱਠੇ ਨੇ, ਬਾਕੀ ਸਾਰੀ ਚੀਜ਼ਾਂ ਪਾਸੇ ਤੇ। ਸੋ ਇਹਨੂੰ ਬੜੇ ਤਰੀਕੇ ਨਾਲ ਲਾਂਚ ਕਰ ਰਹੇ ਨੇ, ਸਾਰਿਆਂ ਨੂੰ ਅੰਦੋਲਨ ਦਾ ਵੀ ਤੇ ਸਾਰੀ ਇਸ ਐਗਰੀਕਲਚਰਲ ਇਕਨੋਮਿਕਸ ਤੱਕ ਉਹ ਸਮਝਦੇ ਨੇ ਵੀ ਗੱਲਬਾਤ ਕਿੱਧਰ ਨੂੰ ਜਾਣੀ ਹੈ। ਇਸੇ ਕਰਕੇ ਉਹਨਾਂ ਨੇ ਖੇਤੀ ਮੰਤਰੀ ਨੂੰ ਵੀ ਸਾਰੀਆਂ ਮੀਟਿੰਗ ਦੇ ਵਿੱਚ ਜਵਾਬਲੈਸ ਕਰ ਦਿੱਤਾ। ਉਹਨਾਂ ਨੂੰ ਮਤਲਬ ਕੋਈ ਜਵਾਬ ਨਹੀਂ ਸੀ ਆਇਆ, ਉਹਨਾਂ ਨੂੰ ਸਾਬਤ ਕਰਕੇ ਦਿਖਾਤਾ, ਭਾਵੇਂ ਉਹ ਬੇਸ਼ਰਮੀ ਨਾਲ ਲੋਕ ਸਭਾ 'ਚ ਫੇਰ ਕਹੀ ਗਏ ਕਿ ਇੱਕ ਵੀ ਕਾਲੀ ਚੀਜ਼ ਨਹੀਂ ਦਿਖਾ ਸਕੇ, ਇੱਕ ਵੀ ਨੁਕਸ ਨਹੀਂ ਕੱਢ ਸਕੇ, ਜਦ ਕਿ ਖੇਤੀ ਮੰਤਰੀ ਇੱਕ ਵੀ ਫਾਇਦਾ ਨਹੀਂ ਦੱਸ ਸਕੇ ਕਿਸਾਨਾਂ ਨੂੰ। ਜਿਹੜੀਆਂ ਮਗਲੀਆਂ 2-3 ਮੀਟਿੰਗ ਹੋਈਆਂ ਸੀਗੀਆਂ ਉਹਦੇ ਵਿੱਚ ਤਾਂ ਉਹ ਆਨਸਰਲੈਸ ਹੋ ਗਏ ਸੀਗੇ, ਇੱਥੋਂ ਤੱਕ ਕਹਿਣ ਲੱਗੇ ਸੀਗੇ ਕਿ ਬਾਹਰਲਾ ਡੱਬਾ ਰਹਿਣ ਤੇ ਵਿੱਚੋਂ ਸਾਰਾ ਹੀ ਚੇਂਜ ਕਰਾ ਲਓ। ਮੈਂ ਅਕਵਿੰਦਰ ਜੀ ਇੱਕੋ ਗੱਲ ਕਹਿਣ ਲੱਗਾ ਹਾਂ, ਜੇ ਇੱਕ ਵੀ ਨੁਕਸ ਜੋ ਨਰਿੰਦਰ ਤੋਮਰ ਜੀ ਨੇ ਪਾਰਲੀਮੈਂਟ ਦੇ ਵਿੱਚ ਕਿਹਾ, ਐਗਰੀਕਲਚਰ ਮਿਨਿਸਟਰ ਨੇ, ਜਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਕਿਹਾ ਆ ਪਾਰਲੀਮੈਂਟ ਦੇ ਵਿੱਚ ਕਿ ਕਾਨੂੰਨ ਬਹੁਤ ਵਧੀਆ ਆ, ਤੇ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਫਿਰ ਕਿਉਂ ਕਹਿੰਦੇ ਸੀਗੇ ਕਿ ਅਸੀਂ 2 ਸਾਲ ਤੱਕ ਇਹਨੂੰ ਸਸਪੈਂਡ ਕਰ ਦਿੰਨੇ ਆ, ਕਿਉਂ ਕਹਿੰਦੇ ਸੀ ਵੀ ਵਿੱਚੋਂ ਸਾਰਾ ਹੀ ਚੇਂਜ ਕਰਾ ਲਓ। ਜੇ ਨੁਕਸ ਹੀ ਕੋਈ ਹੈਗਾ ਵਿੱਚੋਂ ਸਾਰਾ, ਫੇਰ ਤਾਂ ਬੜੇ ਇਹ ਮਤਲਬ ਇਸ ਸਰਕਾਰ ਦੀ ਕੀ ਸਟੈਂਡ ਹੋਇਆ ਵੀ ਜੇ ਕਾਨੂੰਨ ਵਧੀਆ ਨੇ, ਕਿਸਾਨਾਂ ਦੀ ਆਮਦਨ ਦੁੱਗਣੀ ਹੁੰਦੀ ਆ, ਤੁਸੀਂ ਕਿਸਾਨਾਂ ਨੂੰ ਸਮਝਾ ਕਿਉਂ ਨਹੀਂ ਸਕੇ? ਤੇ ਹੁਣ ਫੇਰ ਕੱਲ ਬਿਆਨ ਆਇਆ ਐਗਰੀਕਲਚਰ ਮਿਨਿਸਟਰ ਦਾ ਕਿ ਦੁਬਾਰਾ पॉइंट वाइज पॉइंट चर्चा करेंगे और जो भी इसमें नुक्स है, जो भी मुद्दे ठीक नहीं है, उनको हम तब्दील कर देंगे, हम बात करेंगे, चर्चा करेंगे दोबारा, फिर चर्चा दोबारा नवें सिरों करनी है। उन्होंने गल्लां ते कहंदे मतलब ये सारा कुछ जिहड़ा ना ये इन्हां दी सिर्फ इक्को इंडिकेशन आ कि दे आर वेरी डेंजरस पीपल। पहली गल तां इन्हां दी भारतीय जनता पार्टी दी बेसिक फिलोसफी ये है कि धर्म के आधार से या जात पात के नाम से लोगों को आपस में लड़ा के उन्होंने दी वोटां लवो, बहु गिणतियों अपने नाल जोड़ो, घट गिणतियां ते तशद्दुद करो ताकि मुख मुद्दों वाल जाण ही ना। ते ये जिहड़ा इन्हां दी इलैक्शनां च मदद कीती आ, उन्हां दे नाल रल के देश नूं बेचण ते तुले होए आ, किसानी नूं बेचण ते तुले होए आ, किसानी नूं तबाह करन ते तुले होए आ। इस करके इहदा हल यही आ जो किसान कर रहे हैं कि संघर्ष शांतमई संघर्ष जिन्हें सारी दुनिया की सपोर्ट मिलती है, ते नाल लंबा जिगरा रख के चलना पैना है, जिहड़ा कि किसानों नूं पता है और कर भी इस तरह रहे। सो थोड़ा मतलब कि जिगरा रख के लंबे तौर दे उत्ते चल के पॉजिटिव रिजल्ट आउण दे जिहड़े चांसेस है वो बहुत ज्यादा है। रादर मैं तो कहूँगा कि जित यकीनी है अकविंदर जी, क्योंकि ये जिहड़े अपने खेती मंत्री ने या भारतीय जनता पार्टी वाले ने, इन्हां दे विच भी एक धड़ा हैगा आ जिहड़ा अंदरों काफी मायूस है, निराश है कि पार्टी का नुकसान ना हो जाए। अंदरों ये प्रधानमंत्री ते खेती मंत्री उपरले लोग भी जिहड़े हैगे, जिहड़े सारा कुछ चला रहे हैं, वो भी अंदरों खोखले हो चुके हैं। ये तो पहले गल करन नूं तैयार नहीं सी, हुण ये थां थां कहंदे असीं 12 मीटिंग्स कर लईआं,
पर ਇਹ ਤਰ੍ਹਾਂ ਤਰ੍ਹਾਂ ਦੇ षडयंत्र रच के तरह तरह ਦੀਆਂ ਨੈਗੇਟਿਵ ਐਕਟੀਵਿਟੀਜ਼ ਕਰਕੇ ਆਪਣੀ ਪਾਵਰ ਨੂੰ ਵਰਤ ਕੇ ਇਹਨਾਂ ਨੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਨਹੀਂ ਕਰ ਸਕੇ, ਤਰ੍ਹਾਂ ਦੇ ਅੰਦੋਲਨ ਤੇ ਹਮਲੇ ਕੀਤੇ ਆ, ਉਹ ਨਹੀਂ ਕੀਤੇ, ਉਹ ਨਹੀਂ ਇਹ ਉਹਦੇ ਵਿੱਚ ਵੀ ਸਫਲ ਹੋ ਸਕੇ। 26 ਜਨਵਰੀ ਨੂੰ ਏਜੰਸੀਆਂ ਰਾਹੀਂ ਇਹਨਾਂ ਨੇ ਗੁੰਮਰਾਹ ਕਰਕੇ ਉੱਥੇ ਜਿਹੜੇ ਐਕਸ਼ਨ ਹੋਣ ਦਿੱਤੇ ਆ। ਜੇ ਝੰਡਾ ਵੀ ਕਿਸੇ ਨੇ ਚਲਾਤਾ, ਮੈਂ ਤਾਂ ਫਰੈਂਕਲੀ ਸਪੀਕਿੰਗ ਇਸ ਗੱਲ ਨੂੰ ਕੁਝ ਵੀ ਨਹੀਂ ਸਮਝਦਾ ਹੈਗਾ। ਇਹ ਬਕਵਾਸ ਕੀਤਾ ਜਾ ਰਿਹਾ ਨਾ ਕੋਈ ਗੋਦੀ ਮੀਡੀਆ ਰਾਹੀਂ ਕਿ ਤਿਰੰਗੇ ਦਾ ਅਪਮਾਨ ਕੀਤਾ ਹੈ। ਤਿਰੰਗੇ ਝੰਡੇ ਉਹਨਾਂ ਮੁੰਡਿਆਂ ਦੇ ਹੱਥ ਸੀਗੇ ਜਿਨ੍ਹਾਂ ਨੇ ਉੱਥੇ ਨਿਸ਼ਾਨ ਸਾਹਿਬ ਵਾਲਾ ਝੰਡਾ ਲਹਿਰਾਇਆ। ਲਾਲ ਕਿਲੇ ਤੇ ਹਮੇਸ਼ਾ ਹੀ ਨਿਸ਼ਾਨ ਸਾਹਿਬ ਵਾਲਾ ਝੰਡਾ ਜੇ ਲਹਿਰਾਤਾ ਕਿਸੇ ਨੇ, ਕੋਈ ਇਹਦੇ ਚ ਮਾੜੀ ਗੱਲ ਨਹੀਂ ਹੈ। ਬਾਰਡਰ ਤੇ ਵੀ ਨਿਸ਼ਾਨ ਸਾਹਿਬ ਦਾ ਝੰਡਾ ਲਹਿਰਾਇਆ ਜਾਂਦਾ। ਮੋਦੀ ਸਾਹਿਬ ਨੇ ਆਪ ਕਈਆਂ ਥਾਵਾਂ ਤੇ ਨਿਸ਼ਾਨ ਸਾਹਿਬ ਵਾਲਾ ਝੰਡਾ ਲਹਿਰਾਇਆ ਆ। ਜੇ ਨੌਜਵਾਨਾਂ ਨੇ ਉੱਥੇ ਆਪਣੀ ਹਾਜ਼ਰੀ ਦਰਸਾਉਣ ਲਈ ਜਾਂ ਆਪਣੀਆਂ ਮੰਗਾਂ ਦੀ ਹਾਜ਼ਰੀ ਲਾਉਣ ਲਈ ਨਿਸ਼ਾਨ ਸਾਹਿਬ ਦਾ ਝੰਡਾ ਲਹਿਰਾ ਵੀ ਦਿੱਤਾ। ਤਿਰੰਗਾ ਝੰਡਾ ਜਿੱਥੇ ਉੱਚੀ ਜਗ੍ਹਾ ਤੇ ਲੱਗਿਆ ਸੀਗਾ ਉੱਥੇ ਪਹਿਲਾਂ ਹੀ ਸੀਗਾ, ਉਹਨੂੰ ਕਿਸੇ ਨੇ ਨਹੀਂ ਛੇੜਿਆ। ਤੇ ਨਾਲੇ ਜਿਸ ਤਰ੍ਹਾਂ ਉਹਨਾਂ ਨੂੰ ਜਾਣ ਦਿੱਤਾ ਗਿਆ, ਮੈਂ ਹੁਣ ਉਸ ਟੌਪਿਕ ਨੂੰ ਬਹੁਤਾ ਨਹੀਂ ਟੱਚ ਕਰਨਾ ਚਾਹੁੰਦਾ, ਪਰ ਮੈਂ ਇੱਕ ਗੱਲ ਦਾ ਜ਼ਰੂਰ ਧਾਰਨੀ ਆ, ਜਿੱਦਾਂ ਕਈ ਲੋਕ ਉਹਨਾਂ ਦਾ ਮੁੰਡਿਆਂ ਦਾ ਬਹੁਤ ਵਿਰੋਧ ਕਰਦੇ ਆ ਕਿ ਮੁੰਡਿਆਂ 'ਚ ਜੋਸ਼ ਹੁੰਦਾ ਆ। ਜੇ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਵੀ ਹੋਈਆਂ, ਮੇਰੇ ਖਿਆਲ 'ਚ ਕੋਈ ਵੀ ਹੱਦੋਂ ਬਾਹਰ ਨਹੀਂ ਗਿਆ ਹੈਗਾ। ਗੁੱਸੇ 'ਚ ਆ ਕੇ ਕੋਈ ਚੀਜ਼ਾਂ ਕੁਛ ਖੱਬੇ ਸੱਜੇ ਹੋ ਜਾਂਦੀਆਂ। ਸਾਨੂੰ ਸਾਰਿਆਂ ਨੂੰ, ਜਿੰਨੇ ਵੀ ਚਾਹੇ ਕਿਸਾਨ ਆ ਚਾਹੇ ਯੰਗ ਮੁੰਡੇ ਆ, ਜੋ ਵੀ ਆ, ਜਿਨ੍ਹਾਂ ਤੇ ਵੀ ਜਿਹੜੇ ਵੀ ਕੇਸ ਰਜਿਸਟਰ ਕੀਤੇ ਆ, ਬਿਨਾਂ ਭੇਦਭਾਵ ਤੋਂ ਸਾਨੂੰ ਸਾਰਿਆਂ ਦੀ ਮਦਦ ਕਰਨੀ ਚਾਹੀਦੀ ਹੈ, ਕਾਨੂੰਨੀ ਤੌਰ ਤੇ ਮਦਦ ਕਰਨੀ ਚਾਹੀਦੀ ਹੈ। ਉਹ ਕਰ ਵੀ ਰਹੇ ਆ ਬਹੁਤੀ ਜਥੇਬੰਦੀਆਂ। ਸੋ ਇਹ ਸਰਕਾਰੀ ਸਾਜ਼ਿਸ਼ ਸੀਗੀ ਜਿਹਦੇ ਕੁਝ ਸਾਡੇ ਮੁੰਡੇ ਵੀ ਸ਼ਿਕਾਰ ਵੀ ਹੋਏ ਆ। ਤੇ ਕੋਈ ਇਦਾਂ ਦਾ ਇਹਨਾਂ ਨੇ ਜਿਹੜਾ ਝੂਠ ਪ੍ਰਚਾਰ ਕੀਤਾ, ਉਹ ਇਦਾਂ ਦੀ ਕੋਈ ਗੱਲ ਨਹੀਂ ਹੈ ਜਿਹੜੀ ਬਾਰ-ਬਾਰ ਇਹ ਖਾਲਿਸਤਾਨ ਦੀ ਬਣਾਉਣ ਦੀ ਕੋਸ਼ਿਸ਼ ਕਰਦੇ ਸੀ ਜਾਂ ਹੋਰ ਕਰਦੇ ਸੀ। ਉਸ ਤੋਂ ਬਾਅਦ ਇਹਨਾਂ ਨੇ ਸਿੰਘੂ ਬਾਰਡਰ ਤੇ ਵੀ ਪਿੰਡਾਂ ਨੂੰ ਲੈ ਕੇ ਹਮਲਾ ਕੀਤਾ, ਜਿਹੜਾ ਮੈਂ ਤੁਹਾਨੂੰ ਦੱਸਿਆ। ਪਿੰਡਾਂ ਦੇ ਨਾਂ ਲਾਉਣ ਦੀ ਕੋਸ਼ਿਸ਼ ਕੀਤੀ ਆ, ਪਰ ਪਹਿਚਾਣ ਹੋ ਗਈ ਆ ਕਿ ਭਾਰਤੀ ਜਨਤਾ ਪਾਰਟੀ ਦੇ ਉਹ ਗੁੰਡੇ ਜਿਹੜੇ ਲਾਲ ਕਿਲੇ ਵਾਲੇ ਦਿਨ ਵੀ ਸੀਗੇ, ਉੱਥੇ ਲਾਲ ਕਿਲੇ ਦੇ ਐਕਸ਼ਨ ਵਾਲੇ ਦਿਨ ਵੀ ਸੀਗੇ, ਉੱਥੇ ਜ਼ਿਆਦਾ ਨੁਕਸਾਨ ਕਰਵਾਉਣ ਲਈ, ਤੇ ਉਹੀ ਬੰਦੇ ਜਿਹੜੇ ਆ ਕਿਸਾਨਾਂ ਤੇ ਪਥਰਾਓ ਕਰਨ ਵਾਲੇ, ਕਿਸਾਨਾਂ ਨੂੰ ਜ਼ਖਮੀ ਕਰਨ ਵਾਲੇ, ਕਿਸਾਨਾਂ ਤੇ ਹਮਲਾ ਕਰਨ ਵਾਲੇ, ਉੱਥੇ ਵੀ ਉਹ ਹਾਜ਼ਰ ਸੀਗੇ, ਜਿਨ੍ਹਾਂ ਦੀ ਪੁਲਿਸ ਨੇ ਵੀ ਉਸ ਦਿਨ ਮਦਦ ਕੀਤੀ। ਠੀਕ। ਤੇ ਮੈਂ ਸਮਝਦਾ ਕਿ ਜਿਹੜਾ ਗੱਲਬਾਤ ਦਾ ਤਰੀਕਾ ਹੈ, ਜੋ ਉਹਨਾਂ ਦਾ ਰੁਖ ਗੱਲਬਾਤ ਲਈ ਕੁਝ ਦਿਨ ਪਹਿਲਾਂ ਬਿਲਕੁਲ ਹੀ ਰਵੱਈਆ ਜਿਹੜਾ ਸੀ ਉਹ ਡਿਫਰੈਂਟ ਸੀਗਾ। ਆ ਇਲੈਕਸ਼ਨਾਂ ਦੇ ਰਿਜ਼ਲਟ ਦੇ ਨਾਲ ਮੇਰਾ ਖਿਆਲ ਹੈ ਇਹਦੇ ਵਿੱਚ ਬਹੁਤ ਵੱਡੀ ਤਬਦੀਲੀ ਆਊਗੀ। ਸੋ ਦੇਖਦੇ ਹਾਂ ਕੀ ਬਣਦਾ। ਪਰ ਮੇਰੇ ਹਿਸਾਬ ਨਾਲ ਕਿ ਗੌਰਮੈਂਟ ਜਿਹੜੀ ਹੈ ਉਹ ਇਲੈਕਸ਼ਨਾਂ ਦੇ ਰਿਜ਼ਲਟ ਤੋਂ ਬਾਅਦ ਜੋ ਵੀ ਪੰਜਾਬ ਦੇ ਵਿੱਚ ਹੋਇਆ ਤੇ ਜੋ ਗਾਂ ਹਰਿਆਣਾ ਜਾਂ ਯੂਪੀ 'ਚ ਹੋਊਗਾ, ਉਹਦਾ ਇੰਪੈਕਟ ਜਿਹੜਾ ਇਹ ਗੱਲਬਾਤ ਦੇ ਉੱਤੇ, ਇਸ ਫਾਰਮਰ ਲਾ ਦੇ ਉੱਤੇ ਜ਼ਰੂਰ ਪਊਗਾ। ਹਾਂਜੀ, ਅੱਗੇ ਆਪਾਂ ਇੱਕ ਨੈਕਸਟ ਜਿਹੜਾ ਤੁਹਾਡੀ ਐਕਸਪਰਟੀਜ਼ ਹੈ, ਮੈਂ ਉਹਦੇ ਬਾਰੇ ਗੱਲ ਕਰਨਾ ਚਾਹੁੰਦਾ ਕਿ ਤੁਸੀਂ ਦੇਖੋ ਇਹ ਫ੍ਰੀ ਮਾਰਕੀਟ ਹੈ ਜਿਹੜੇ ਡਿਵੈਲਪ ਕੰਟਰੀ ਹੈਗੇ ਆ, ਹਾਂਜੀ, ਤੇ ਜਿਹੜੇ ਫਾਰਮਰ ਬਿੱਲ ਹੈ ਉਹ ਵੀ ਇਹੀ ਕਹਿੰਦੇ ਆ ਕਿ ਅਸੀਂ ਫ੍ਰੀ ਮਾਰਕੀਟ ਦੀ ਗੱਲ ਕਰਦੇ ਹਾਂ। ਕਿ ਤੁਸੀਂ ਇਹ ਕੀ ਫਰਕ ਸਮਝਦੇ ਆ ਕਿ ਜਿਹੜੀ ਫ੍ਰੀ ਮਾਰਕੀਟ ਡਿਵੈਲਪਡ ਕੰਟਰੀਜ਼ ਦੇ ਵਿੱਚ ਆ ਜਾਂ USA ਦੇ ਵਿੱਚ ਹੈ? ਤੁਹਾਨੂੰ ਨੌਲੇਜ ਹੈ USA ਬਾਰੇ, ਤੁਸੀਂ ਇੱਥੇ ਪੜ੍ਹਿਆ ਵੀ ਹੈ, ਪੜ੍ਹ ਕੇ ਵੀ ਗਏ ਹੈ, ਤੇ ਤੁਸੀਂ ਇਸ ਮੰਡੀ ਬੋਰਡ 'ਚ ਵੀ ਰਹੇ ਆ ਇੰਨਾ ਚਿਰ, ਤੇ ਕੀ ਤੁਸੀਂ ਇਹ ਫ੍ਰੀ ਮਾਰਕੀਟ ਬਾਰੇ ਕੀ ਕਹੋਗੇ ਕਿ ਇਹ ਕਿਉਂ ਨਹੀਂ ਭਾਰਤ ਦੇ ਵਿੱਚ ਕੰਮ ਕਰ ਸਕਦੀ ਫ੍ਰੀ ਮਾਰਕੀਟ, ਜਿਵੇਂ ਕਿ ਇਹ ਕਾਨੂੰਨ ਜਿਹੜੇ ਆ ਉਹ ਕਹਿੰਦੇ ਆ? ਤਾਂ ਕੁਲਵਿੰਦਰ ਸਿੰਘ ਜੀ, ਇਹ ਬਹੁਤ ਵੱਡਾ ਟੌਪਿਕ ਹੈ। ਫ੍ਰੀ ਇਕੋਨੋਮੀ ਜਿਹੜੀ ਹੈ ਨਾ, ਇਹ ਇੱਕ ਇਨ ਪ੍ਰਿੰਸੀਪਲ ਕਿਤੇ ਵੀ ਫ੍ਰੀ ਨਹੀਂ ਹੈਗੀ, ਬਟ ਉਸ ਤਰ੍ਹਾਂ ਜ਼ਰੂਰ ਹੈਗਾ ਕਿ ਇੱਕ ਫ੍ਰੀ ਇਕੋਨੋਮੀ ਹੈ। ਇਹ ਕੋਈ ਦੂਸਰਾ ਸਿਸਟਮ ਹੈ ਜਿਹੜਾ ਚਾਈਨਾ ਦੇ ਵਿੱਚ ਜਾਂ ਰਸ਼ੀਆ ਦੇ ਵਿੱਚ ਪਹਿਲਾਂ ਉਸ ਵੱਲ ਨੂੰ ਵੱਧ ਰਹੇ ਸੀਗੇ, ਹੁਣ ਥੋੜਾ ਜਿਹਾ ਉਹਨਾਂ ਨੇ ਵੀ ਰੀਟਰੈਕਟ ਕੀਤਾ ਆ, ਉਹਦੇ 'ਚ ਥੋੜ੍ਹੀਆਂ ਮਤਲਬ 2 ਕਦਮ ਪਿੱਛੇ ਆਏ ਆ, ਬਟ ਉਹਦੇ ਵਿੱਚ ਬਿਲਕੁਲ ਹੀ ਕੰਟਰੋਲਡ ਸਿਸਟਮ ਹੈ। ਇੱਧਰ ਵੀ ਬਿਲਕੁਲ ਫ੍ਰੀ ਸਿਸਟਮ ਨਹੀਂ ਹੈਗਾ। ਕੈਪੀਟਲਿਜ਼ਮ ਜਿਹੜਾ ਹੈ ਨਾ, ਕੈਪੀਟਲਿਸਟਿਕ ਸਿਸਟਮ ਹੈ, ਉਹਦੀ ਜਿਹੜੀ ਧਾਰਨਾ ਆ ਇਹ ਕਿ ਫ੍ਰੀ ਇਕੋਨੋਮੀ ਹੋਣੀ ਚਾਹੀਦੀ ਹੈ, ਜਦ ਕਿ ਇੱਥੇ ਵੀ ਇਕੱਲੀ ਫ੍ਰੀ ਇਕੋਨੋਮੀ ਨਹੀਂ ਹੈ, ਨਾਲ ਸੋਸ਼ਲ ਫੈਕਟਰ ਵੀ ਹੈਗਾ, ਸੋਸ਼ਲ ਇਕਨੋਮਿਕਸ ਵੀ ਨਾਲ ਚੱਲ ਰਹੀ ਹੈ। ਜਿੱਥੇ ਜਿੱਥੇ ਵੀ ਇਹਨਾਂ ਨੇ ਫ੍ਰੀ ਇਕੋਨੋਮੀ ਕੀਤੀ ਹੈ, ਉੱਥੇ ਉਹ ਨੁਕਸਾਨ ਇੱਥੇ ਵੀ ਹੋਇਆ ਹੈ। ਤੇ ਫ੍ਰੀ ਇਕੋਨੋਮੀ ਲਾਗੂ ਕਰਨ ਦੇ ਵਿੱਚ ਵੀ ਜਿਹੜਾ ਹੈ ਉੱਥੇ ਦੀਆਂ ਪਰਿਸਥਿਤੀਆਂ ਦੇਖ ਕੇ ਕੀਤੀ ਜਾਂਦੀ ਹੁੰਦੀ ਹੈ। ਇਕੋਨੋਮਿਸਟਾਂ ਦੀ ਸਲਾਹ ਲਈ ਜਾਂਦੀ ਹੁੰਦੀ ਹੈ, ਸੋਸ਼ਲ ਸਾਇੰਟਿਸਟਾਂ ਦੀ ਸਲਾਹ ਲਈ ਜਾਂਦੀ ਹੁੰਦੀ ਹੈ, ਆਪਣਾ ਦਿਮਾਗ ਵਰਤਿਆ ਜਾਂਦਾ ਹੁੰਦਾ ਜਿੱਥੇ ਸਿਆਣੇ ਪੋਲੀਟੀਸ਼ੀਅਨ ਹੋਣ। ਤੇ ਇਹ ਜਿਹੜਾ ਇਹਨਾਂ ਫ੍ਰੀ ਇਕੋਨੋਮੀ ਦਾ ਨੁਕਸਾਨ ਤਾਂ ਕੁਲਵਿੰਦਰ ਜੀ ਤੁਹਾਡੇ ਮੁਲਕ ਵਿੱਚ ਵੀ ਹੋਇਆ, USA 'ਚ ਵੀ ਹੋਇਆ, ਕੈਨੇਡਾ 'ਚ ਵੀ ਹੋਇਆ, USA ਜ਼ਿਆਦਾ ਹੋਇਆ। ਤੁਸੀਂ ਇੱਥੇ ਤੁਹਾਡੇ ਛੋਟਾ ਕਿਸਾਨ ਤੇ ਜਿਹੜਾ ਮੀਡੀਅਮ ਕਿਸਾਨ ਆ ਉਹ ਖਤਮ ਹੋ ਗਿਆ ਆ। ਮੇਰੇ ਕੋਲ ਹੁਣ ਅੱਜ ਮੈਂ ਐਗਜ਼ੈਕਟ ਮੇਰੇ ਕੋਲ ਅੰਕੜੇ ਨਹੀਂ ਹੈਗੇ, ਮੇਰੇ ਖਿਆਲ 'ਚ ਤੁਹਾਡੇ ਵੀ ਹੁਣ 4000 ਏਕੜ ਤੱਕ ਐਵਰੇਜ
ਏਕੜੇਜ ਹੈਗੀ ਹੈ। ਔਰ ਕੁਛ ਇੱਕ ਇਦਾਂ ਦੇ ਕੇਸ ਹੈਗੇ ਆਪਾਂ ਕੱਲਾ ਕੱਲਾ ਨਹੀਂ ਡਿਸਕਸ ਕਰ ਸਕਦੇ, ਕਿਉਂਕਿ ਉਹ ਤਾਂ ਕੱਲੇ ਕੱਲੇ ਇੱਕ ਸਾਇੰਟਿਫਿਕ ਇੱਕ ਇਕਨੋਮਿਕਸ ਜਰਨਲ ਦੇ ਵਿੱਚ ਪੇਪਰ ਛਪੇ ਹੋਏ ਆ ਕਿ ਇੱਕ ਇੰਡਸਟਰੀ ਦੇ ਵਿੱਚੋਂ ਕਿੱਦਾਂ ਛੋਟੇ ਕਿਸਾਨ ਹੌਲੀ ਹੌਲੀ, ਫਿਰ ਮੀਡੀਅਮ ਕਿਸਾਨ, ਛੋਟੀਆਂ ਫੈਕਟਰੀਆਂ ਮੀਟ ਦੀਆਂ, ਫਿਰ ਉਸ ਤੋਂ ਦੂਜੀਆਂ ਫੈਕਟਰੀਆਂ ਹੋ ਕੇ ਕਿੱਦਾਂ ਸਾਰਾ ਕੁਛ ਇੱਕ ਵੱਡੀ MNC ਦੇ ਹੱਥ 'ਚ ਆ ਗਿਆ ਤੇ ਉਹ ਸਾਰੇ ਤਬਾਹ ਹੋ ਗਏ, ਮਜ਼ਦੂਰ ਬਣ ਗਏ ਆ, ਜਾਂ ਕੋਈ ਛੋਟਾ ਬਿਜ਼ਨਸ ਖੋਲ ਲਿਆ ਜਾਂ ਕੁਝ ਹੋਰ ਕੁਝ ਕਰ ਰਹੇ ਆ। ਇਸੇ ਤਰ੍ਹਾਂ ਹੀ ਲੱਖਾਂ ਏਕੜ ਤੁਹਾਡੇ ਵੀ MNC ਨੇ ਖਰੀਦ ਲਏ ਆ USA ਵਿੱਚ ਵੀ, ਔਰ USA ਵਿੱਚ, ਇੰਗਲੈਂਡ ਵਿੱਚ, ਯੂਰਪ ਵਿੱਚ ਇਹ ਅਜਿਹੇ ਕਾਨੂੰਨਾਂ ਕਰਕੇ ਬਹੁਤ ਨੁਕਸਾਨ ਹੋਇਆ ਆ। ਤੁਹਾਡੇ ਸਿਸਟਮ ਡਿਫਰੈਂਟ ਹੈ, ਇਸ ਕਰਕੇ ਉਹਦਾ ਇੰਨਾ ਰੌਲਾ ਨਹੀਂ ਪਿਆ। ਅੰਦੋਲਨ ਕਰਨ ਦੇ ਤਰੀਕੇ ਵੱਖਰੇ ਨੇ। ਫਿਰ ਪਹਿਲਾਂ ਹੀ ਕਿਸਾਨ ਜਿਹੜੇ ਆ ਉਹਨਾਂ ਦੀ ਲੈਂਡ ਹੋਲਡਿੰਗ ਦੀ ਜਿਹੜੀ ਆ ਭਿੰਨਤਾ ਇੱਥੇ ਹੋਰ ਤਰ੍ਹਾਂ ਦੀ ਸੀਗੀ, ਉੱਥੇ ਹੋਰ ਤਰ੍ਹਾਂ ਦੀ। ਇੰਡੀਆ ਦੇ ਵਿੱਚ 85% ਕਿਸਾਨ ਨੇ 5 ਏਕੜ ਜਾਂ ਇਸ ਤੋਂ ਘੱਟ ਜ਼ਮੀਨ ਵਾਲੇ ਜੀ, ਉਹਨਾਂ ਵਿੱਚੋਂ ਬਹੁਤ ਗਿਣਤੀ 2.5 ਏਕੜ ਵਾਲਿਆਂ ਦੀ ਆ। ਫਿਰ ਬੇਜ਼ਮੀਨਾ ਕਿਸਾਨ ਹੈ ਜਿਹੜਾ ਖੇਤੀ ਤੇ ਨਿਰਭਰ ਹੈ ਪਰ ਠੇਕੇ ਤੇ ਲੈ ਕੇ ਕਰਦਾ, ਜਾਂ ਮਤਲਬ ਸਾਂਝੀ ਖੇਤੀ ਰਲ ਮਿਲ ਕੇ ਉਹਦੇ ਵਿੱਚੋਂ ਜਿੱਦਾਂ ਆਪਾਂ ਅੱਧੀ ਫਸਲ ਦਾ ਕਰ ਲੈਂਦੇ ਹਾਂ, ਅੱਧੀ ਫਸਲ ਓਨਰ ਦੀ, ਅੱਧੀ ਫਸਲ ਜਿਹੜੀ ਆ ਬੰਦਾ ਵਾਹੁੰਦਾ ਆ ਉਹਦੀ। ਸੋ ਇਸ ਤਰ੍ਹਾਂ ਉਹ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਨੂੰ ਪ੍ਰੋਟੈਕਟ ਕਰਨਾ ਬਹੁਤ ਜ਼ਰੂਰੀ ਹੈ। ਪਰ ਇਹਨਾਂ ਦੀ ਅੱਖ ਹੈਗੀ ਉਹਨਾਂ ਦੇ ਕਿ ਇਹਨਾਂ ਨੂੰ ਲੈਂਡਲੈਸ ਕਰਕੇ ਇਹਨਾਂ ਨੂੰ ਮਜ਼ਦੂਰ ਬਣਾ ਦਈਏ, ਕਿਉਂਕਿ ਸ਼ਹਿਰਾਂ ਵਿੱਚ ਸਸਤੀ ਮਜ਼ਦੂਰੀ ਦੀ ਲੋੜ ਹੈ। ਇਹ ਉਹ ਚੀਜ਼ ਨੂੰ ਦੇਖਦੇ ਆ। 2 ਮਾਡਲ ਹੁੰਦੇ ਆ ਅਕਵਿੰਦਰ ਸਿੰਘ ਜੀ ਡਿਵੈਲਪਮੈਂਟ ਦੇ। ਇੱਕ ਤਾਂ ਮਾਡਲ ਕਹਿੰਦਾ ਆ ਕਿ ਖੇਤੀਬਾੜੀ ਨੂੰ ਪ੍ਰਫੁੱਲਿਤ ਕਰੋ, ਇਹਨਾਂ ਨੂੰ ਨਾਲ ਪੂਰੀ ਤਰ੍ਹਾਂ ਪ੍ਰਫੁੱਲਿਤ ਨਾ ਹੋਣ ਦਿਓ, ਇਹਨਾਂ ਨੂੰ ਨਾਲੋਂ ਨਾਲ ਨਿਚੋੜੀ ਚੱਲੋ, ਜਿੰਨੀਆਂ ਸੇਵਿੰਗਸ ਹੈਗੀਆਂ ਉਹ ਇੰਡਸਟਰੀ 'ਚ ਲਗਾਓ, ਏਦਾਂ ਦੇ ਕਾਨੂੰਨ ਬਣਾਓ ਜਿਹਦੇ ਨਾਲ ਕਿਸਾਨ ਜਿਹੜਾ ਆ ਸਬਸਿਸਟੈਂਸ ਲੈਵਲ ਤੱਕ ਹੀ ਰਵੇ। ਦੂਸਰਾ ਮਾਡਲ ਇਹ ਕਹਿੰਦਾ ਕਿ ਕਿਸਾਨਾਂ ਨੂੰ ਵੀ ਖੁਸ਼ਹਾਲ ਬਣਾਓ, ਕੁਛ ਜਿਹੜੇ ਆ ਭਾਵੇਂ ਮੀਡੀਅਮ ਵੀ ਰਹਿ ਜਾਣ ਪਰ ਇਹਨਾਂ ਨੂੰ ਵੀ ਖੁਸ਼ਹਾਲ ਬਣਾਓ, ਕਿਉਂਕਿ ਇਹਨਾਂ ਕੋਲ ਵੀ ਜਿਸ ਤਰ੍ਹਾਂ ਪੈਸੇ ਆਉਣਗੇ, ਕਿਸੇ ਨੇ ਸਕੂਟਰ ਲੈ ਲੈਣਾ, ਕਿਸੇ ਨੇ ਫ੍ਰਿਜ ਲੈ ਲੈਣੀ ਹੈ, ਜੇ ਹੋਰ ਹੋਣਗੇ ਉਹਨਾਂ ਨੇ ਕਾਰਾਂ ਲੈਣੀਆਂ ਸ਼ੁਰੂ ਕਰ ਦੇਣੀਆਂ, ਵੱਡੇ ਖੇਤੀਬਾੜੀ ਦੇ ਸੰਦ ਲੈਣੇ ਸ਼ੁਰੂ ਕਰ ਦੇਣਗੇ। ਇਹ ਇਕਨੋਮਿਕਸ ਦਾ ਤਰੀਕਾ ਹੈ ਕਿੱਦਾਂ ਡਿਵੈਲਪ ਕਰਦੀ ਆ। ਪਰ ਇਹ ਪਹਿਲੇ ਵਾਲਾ ਫਾਰਮੂਲਾ ਯੂਜ਼ ਕਰ ਰਿਹਾ ਕਿਸਾਨਾਂ ਨੂੰ ਨਿਚੋੜਨ ਵਾਲਾ, ਉਹਦੇ ਵਿੱਚ ਵੀ ਇਹ ਉਹਨੂੰ ਵੀ ਬੜੇ ਕਰੂਅਲ ਤਰੀਕੇ ਨਾਲ ਕਰ ਰਹੇ ਆ। ਉਹਦੇ ਵਿੱਚ ਵੀ ਤੁਸੀਂ ਇੰਨਾ ਕੁ ਧਿਆਨ ਰੱਖਣਾ ਹੁੰਦਾ ਕਿ ਕਿਸਾਨਾਂ ਨੂੰ ਘੱਟੋ ਘੱਟ ਜਿਣਸ ਦੀ ਕੀਮਤ ਜ਼ਰੂਰ ਦਿੱਤੀ ਜਾਵੇ ਤਾਂ ਕਿ ਖੇਤੀ ਸਰਵਾਈਵ ਕਰਦੀ ਰਹੇ, ਕਿਸਾਨ ਸਰਵਾਈਵ ਕਰ ਜਾਵੇ। ਪਰ ਕਿਸਾਨ ਤਾਂ ਪਹਿਲਾਂ ਹੀ ਸੁਸਾਈਡ ਕਰ ਰਿਹਾ ਆ। ਇਹਨਾਂ ਨੇ ਕਾਨੂੰਨ ਇਸ ਤਰ੍ਹਾਂ ਦੇ ਬਣਾਤੇ ਕਿ ਘੱਟੋ ਘੱਟ ਕੀਮਤ ਵੀ ਦੀ ਵੀ ਕੋਈ ਗਰੰਟੀ ਨਹੀਂ ਹੈ ਤੇ ਉਹਦੇ ਨਾਲ ਕਿਸਾਨ ਦੀ ਜ਼ਮੀਨ ਵਿਕੇਗੀ, ਵੇਚਣੀ ਪੈਗੀ, ਉਹਨੂੰ ਸਰਵਾਈਵ ਨਹੀਂ ਕਰ ਸਕੇਗਾ, ਉਹਦੇ ਨਾਲ ਸੁਸਾਈਡ ਵੀ ਵਧਣਗੇ, ਤਬਾਹੀ ਹੋਏਗੀ ਕਿਸਾਨ ਪਰਿਵਾਰਾਂ ਦੀ। ਜਿਹਦੇ ਵਿੱਚ ਮੈਂ 12-15 ਇਕੋਨੋਮਿਸਟਾਂ ਨੇ ਵੀ ਚਿੱਠੀ ਲਿਖ ਕੇ ਦਿੱਤੀ ਹੈ ਪ੍ਰਧਾਨ ਮੰਤਰੀ ਨੂੰ ਕਿ ਜੇ ਕਿਸਾਨ ਜਥੇਬੰਦੀਆਂ ਨੂੰ ਕਹੀ ਜਾਂਦੇ ਆ ਕਿ ਗੁੰਮਰਾਹ ਹੋ ਗਿਆ ਜੀ, ਫਲਾਣਾ ਹੋ ਗਿਆ ਜੀ। ਪਹਿਲੀ ਗੱਲ ਤਾਂ ਉਹ ਸਾਰੇ ਸਿਆਣੇ ਆਗੂ ਨੇ, ਤੇ ਦੂਸਰਾ ਵੀ ਸਾਰਿਆਂ ਨੇ ਕਿਹਾ ਹੈ। ਔਰ ਮੈਂ ਮਤਲਬ ਤੁਹਾਨੂੰ ਇਹ ਦੱਸਦਾ ਵੀ ਮੈਂ ਇਕੱਲੇ ਪੁਆਇੰਟ ਤੇ ਦੱਸ ਸਕਦਾ ਹਾਂ ਕਿ ਕਿਸ ਤਰ੍ਹਾਂ ਕਾਨੂੰਨ ਜਿਹੜੇ ਆ ਕਈਆਂ ਥਾਵਾਂ ਤੇ ਮੈਂ ਇਸ ਗੱਲ ਨੂੰ ਦੱਸਿਆ ਵੀ ਹੈਗਾ। BJP ਵਾਲੇ ਮੇਰੇ ਨਾਲ ਇੱਥੇ ਕਿਤੇ ਵੀ ਸਾਹਮਣੇ ਇੱਕ ਵੀ ਫਾਇਦਾ ਨਹੀਂ ਦੱਸ ਸਕੇ, ਚੈਨਲਸ ਤੇ ਛੱਡ ਜਾਂਦੇ ਆ, ਵਿੱਚੋਂ ਦੌੜ ਜਾਂਦੇ ਆ ਜਾਂ ਲੜ ਪੈਂਦੇ ਆ। ਸੋ ਇਹ ਮਤਲਬ ਇਹਨਾਂ ਨੇ ਆਪਣੀ ਜਿਹੜੀ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਅਸਲੀਅਤ ਦਿਖਾ ਦਿੱਤੀ ਹੈ। ਦੇ ਆਰ ਐਂਟੀ ਫਾਰਮਰ, ਐਂਟੀ ਪੀਪਲ। ਔਰ ਉਹਨਾਂ ਦੇ ਵਿੱਚ ਲਾਜ਼ ਦੇ ਵਿੱਚ ਵੀ ਜਿਹੜਾ ਇੱਕ ਐਸੈਂਸ਼ੀਅਲ ਕਮੋਡਿਟੀਜ਼ ਐਕਟ ਆ ਉਹਦਾ ਤਾਂ 80% ਲੋਕਾਂ ਦੇ ਅਸਰ ਪੈਣਾ ਆ। ਉਹ ਇੱਕ ਲਾਈਨ ਦਾ ਐਕਟ ਹੈ ਅਕਵਿੰਦਰ ਸਿੰਘ ਜੀ, ਇੱਕ ਲਾਈਨ ਦਾ ਵੀ। ਪਹਿਲਾਂ 1955 ਚ ਇਹਨਾਂ ਨੇ ਐਕਟ ਬਣਾਇਆ ਸੀਗਾ ਕਿ ਆਹ ਚੀਜ਼ਾਂ ਜਿਹੜੀਆਂ ਆ ਐਸੈਂਸ਼ੀਅਲ ਕਮੋਡਿਟੀਜ਼ ਆ, ਦਾਲਾਂ ਹੋ ਗਈਆਂ, ਤੇਲ ਬੀਜ ਹੋ ਗਏ, ਹੋਰ ਸਾਰੇ ਸੀਰੀਅਲਸ ਹੋ ਗਏ, ਜਿੰਨੇ ਵੀ ਹੈਗੇ, ਜਿੰਨੀਆਂ ਚੀਜ਼ਾਂ ਦੀਆਂ ਹੈਗੀਆਂ, ਫਲ ਸਬਜ਼ੀਆਂ ਹੋ ਗਈਆਂ, ਕਿ ਇਹਨਾਂ ਦੀ ਭੰਡਾਰ ਦੀ ਸਮਰੱਥਾ ਨੂੰ ਰੈਗੂਲੇਟ ਕਰ ਸਕਦੀ ਹੈ ਕੇਂਦਰ ਸਰਕਾਰ। ਉਹਦੇ ਵਿੱਚ ਵੀ ਮੋਰ ਔਰ ਲੈਸ ਇਹੀ ਚੀਜ਼ ਹੈ ਕਿ ਐਸੈਂਸ਼ੀਅਲ ਕਮੋਡਿਟੀਜ਼ ਹੈ। ਉਹਦੇ ਵਿੱਚ ਇਹਨਾਂ ਨੇ ਸੈਕਸ਼ਨ 3 ਦੇ ਵਿੱਚ ਸਬ ਸੈਕਸ਼ਨ 1 ਤੋਂ ਬਾਅਦ ਸਬ ਸੈਕਸ਼ਨ 1A ਜੋੜ ਦਿੱਤਾ। ਉਹਦੇ ਵਿੱਚ ਇਹ ਲਿਖਤਾ ਕਿ ਸਰਕਾਰ ਦਖਲ ਤਾਂ ਹੀ ਦੇਊਗੀ ਜੇ ਕਿਤੇ ਕੋਈ ਹੜ੍ਹ ਆ ਜਾਣ, ਕੋਈ ਭੁੱਖਮਰੀ ਪੈ ਜਾਵੇ ਜਾਂ ਕੀਮਤਾਂ ਦੁੱਗਣੀਆਂ ਹੋ ਜਾਣ। ਪਹਿਲੀ ਗੱਲ ਤਾਂ ਇਹਦਾ ਮਤਲਬ ਦੁੱਗਣੀਆਂ ਤੱਕ ਤਾਂ ਅਲਾਉ ਕਰਤਾ ਨਾ ਇਹਨਾਂ ਨੇ, ਕਿਉਂਕਿ MNC ਜਿੰਨਾ ਮਰਜ਼ੀ ਭੰਡਾਰ ਕਰ ਲਓ, ਜੋ ਤੁਸੀਂ ਆਗਿਆ ਦੇਤੀ, ਉਹਨਾਂ ਨੇ ਤਾਂ ਸਾਰੇ ਭੰਡਾਰ ਕਰਨਾ, ਜ਼ਖੀਰੇਬਾਜ਼ੀ ਹੈ, ਨਕਲੀ ਥੁੜ ਪੈਦਾ ਕਰਕੇ ਮਨ ਮਰਜ਼ੀ ਦੀਆਂ ਕੀਮਤਾਂ ਤੇ ਚੀਜ਼ਾਂ ਵੇਚਣੀਆਂ। ਸਾਡਾ ਕੰਟਰੀ ਜਿੱਥੇ ਆਪਾਂ 77% ਲੋਕਾਂ ਨੂੰ ਤਾਂ ਪਹਿਲਾਂ ਹੀ ਕੰਟਰੋਲ ਰੇਟ ਤੇ ਕਣਕ ਦਿੰਦੇ ਆ, ਚਾਵਲ ਦਿੰਦੇ ਆ, ਉਹਨਾਂ ਵਿਚਾਰਾਂ ਦਾ ਕੀ ਬਣੂਗਾ? PDS ਸਿਸਟਮ ਹੈ ਆਪਣੇ ਕੰਟਰੀ 'ਚ ਸਭ ਤੋਂ ਵੱਡਾ, ਦੁਨੀਆ ਦਾ ਨੰਬਰ 1 ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਆ, ਜਿਹਦੇ 'ਚ ਅਸੀਂ ਸਸਤਾ ਅਨਾਜ ਗਰੀਬੀ ਦੀ ਰੇਖਾ ਤੋਂ ਥੱਲੇ ਰਹਿਣ ਵਾਲਿਆਂ ਨੂੰ ਤੇ ਦੂਸਰਿਆਂ ਨੂੰ ਦਿੰਦੇ ਆ। ਉਹ ਸਿਸਟਮ ਤਹਿਸ-ਨਹਿਸ ਹੋ ਜਾਏਗਾ। ਹਾਂਜੀ, ਫਿਰ ਇਹਨਾਂ ਨੇ ਉਹਦੇ ਵਿੱਚ ਅੱਗੇ ਪ੍ਰੋਵੀਜ਼ਨ ਕਰਤੀ ਕਿ ਉਹ ਵੀ ਜੇ ਸਰਕਾਰ ਚੈੱਕ ਕਰੂਗੀ ਤਾਂ ਭੰਡਾਰ ਸਮਰੱਥਾ ਜਿੰਨੀ ਹੈਗੀ ਆ ਉਹ ਉਨੇ ਤੋਂ
ਉਹਨੇ ਤੇ ਨਹੀਂ ਕੁਝ ਕਹਿ ਸਕਦੀ। ਇਹਦਾ ਮਤਲਬ ਜੇ ਕੋਈ ਚੈਕਿੰਗ ਲਈ ਅਫਸਰ ਜਾਣਗੇ ਵੀ ਉਸ ਕੇਸ ਦੇ ਵਿੱਚ ਦੁੱਗਣੀ ਤੋਂ ਵੀ ਜ਼ਿਆਦਾ ਕੀਮਤਾਂ ਵੱਧ ਜਾਣੀਆਂ ਤੇ ਉਹ ਆਪਣੇ ਕਾਗਜ਼ ਦਿਖਾ ਦੇਣਗੇ ਜੀ ਆਹ ਸਾਡੀ ਭੰਡਾਰ ਸਮਰੱਥਾ ਉਹਨੇ ਹੀ ਖਰੀਦਿਆ। ਕੁਦਰਤੀ ਗੱਲ ਹੈ, ਜਿੰਨਾ ਕੁ ਸਟੋਰ ਕਰ ਸਕਦੇ ਉਹਨੇ ਹੀ ਖਰੀਦਣਾ ਉਹਨਾਂ ਨੇ। ਸੋ ਦੈਟ ਐਕਟ ਇਜ਼ ਵੈਰੀ ਡੇਂਜਰਸ। ਉਹਨੇ 80-85% ਲੋਕਾਂ ਨੂੰ ਪ੍ਰਭਾਵਿਤ ਕਰਨਾ ਹੈ। ਇਸ ਤੋਂ ਉੱਪਰ ਮੈਂ ਸਮਝਦਾ ਵੀ ਹੋਣਗੇ ਕਾਫੀ ਲੋਕ ਜਿਨ੍ਹਾਂ ਨੂੰ ਨਹੀਂ ਪਤਾ ਆਟੇ ਤੇਲ ਲੂਣ ਤੇਲ ਦਾ ਕੀ ਭਾਅ ਆ, ਜਾਂ ਕੁਝ ਉਹਨਾਂ ਨੂੰ ਮਹਿੰਗੇ ਵੀ ਮਿਲ ਜਾਣ ਤਾਂ ਕੋਈ ਉਹਦਾ ਫਰਕ ਨਹੀਂ ਪੈਂਦਾ। ਸੋ ਗੱਲ ਥੋੜੀ ਜਿਹੀ ਸਾਈਡ ਨੂੰ ਚਲੇ ਗਈ ਹੈ, ਪਰ ਮੈਂ ਉਹ ਵਾਪਸ ਉਸੇ ਗੱਲ ਤੇ ਆਇਆ। ਅਮਰੀਕਾ 'ਚ ਇਹ ਜਿਹੜੇ ਕੰਟਰੀ ਹੈ ਡਿਵੈਲਪ ਕੰਟਰੀਜ਼ ਨੇ, ਇੰਡੀਆ ਅੰਡਰ ਡਿਵੈਲਪ ਕੰਟਰੀ ਹੈ, ਇਸ ਕਰਕੇ ਉਹ ਜਿਹੜਾ ਵੀ ਲਾਅ ਇੰਪਲੀਮੈਂਟ ਕਰਨਾ ਹੁੰਦਾ ਉਸ ਹਿਸਾਬ ਨਾਲ ਕਰਨਾ ਹੁੰਦਾ ਹੈ। ਪਰ ਇਹਨਾਂ ਨੇ ਕਰੂਐਲਿਟੀ ਨਾਲ ਉਦੋਂ ਵੀ ਮਾੜੇ ਤਰੀਕੇ ਨਾਲ ਇੰਪਲੀਮੈਂਟ ਕਰ ਰਹੇ ਆ। ਅਮਰੀਕਾ ਦੇ ਵਿੱਚ ਵੀ ਅਮਰੀਕਾ ਜਿਹੜਾ ਆ ਉਹ ਵਿੰਗੇ ਟੇਢੇ ਤਰੀਕੇ ਨਾਲ ਸਬਸਿਡੀ ਦਿੰਦਾ ਆ ਕਿਸਾਨਾਂ ਨੂੰ। ਪਿਛਲੇ ਸਾਲਾਂ ਦੇ ਵਿੱਚ ਪ੍ਰਤੀ ਈਅਰ ਦੇ ਹਿਸਾਬ ਨਾਲ $600 ਬਿਲੀਅਨ ਜਿਹੜੇ ਆ ਸਪੋਰਟ ਕੀਤੀ ਜਾਂਦੀ ਹੈ। ਇੰਡੀਆ 'ਚ ਕੀ 2% ਵੀ ਨਹੀਂ ਬਣਦੀ। ਇਹਨਾਂ ਕੰਟਰੀ ਦੇ ਵਿੱਚ, ਯੂਰਪ ਦੇ ਵਿੱਚ ਵੀ, ਇੱਥੇ ਵੀ 70% ਤੱਕ ਸਬਸਿਡੀ ਜਾਂ ਪ੍ਰਾਈਸ ਸਪੋਰਟ ਰਾਹੀਂ ਕਿਸਾਨਾਂ ਦੀ ਹੈਲਪ ਕੀਤੀ ਜਾਂਦੀ ਹੈ। ਕਿਉਂ ਕੀਤੀ ਜਾਂਦੀ ਆ? ਕਿਸਾਨ ਸਰਵਾਈਵ ਨਹੀਂ ਕਰ ਸਕਦਾ ਸਰਕਾਰੀ ਹੈਲਪ ਤੋਂ ਬਿਨਾਂ। ਇਹ ਸਰਕਾਰੀ ਚੀਜ਼ਾਂ ਜਿਹੜੀਆਂ ਮਾੜੀ ਮੋਟੀ ਘੱਟੋ ਘੱਟ ਸਹਾਇਕ ਕੀਮਤ ਦਿੰਦੇ ਆ ਉਹ ਤੋਂ ਵੀ ਪਿੱਛੇ ਹਟ ਰਹੇ ਆ। ਜਿਹੜੀਆਂ ਸਰਕਾਰੀ ਮੰਡੀਆਂ ਆ ਉਹਦੇ ਤੋਂ ਵੀ ਪਿੱਛੇ ਹਟ ਰਹੇ ਆ, ਔਰ ਅਲਾਓ ਕਰ ਰਹੇ ਆ ਕਿ ਜਿਹਦੇ ਕੋਲ ਵੀ ਪੈਨ ਕਾਰਡ ਹੈਗਾ ਉਹ ਜਿੱਥੋਂ ਮਰਜ਼ੀ ਜਿੰਨਾ ਮਰਜ਼ੀ ਖਰੀਦ ਕੇ ਜਿੱਥੇ ਮਰਜ਼ੀ ਭੰਡਾਰ ਕਰੇ। ਉਹ 20 ਪਿੰਡਾਂ ਚੋਂ ਇੱਕ ਅਦਾਨੀ ਬਾਨੀ ਉਹਨਾਂ ਦੇ ਮੈਨੇਜਰ ਜਿਹੜੇ ਉਹਨਾਂ ਰਾਹੀਂ ਉਹ ਕਣਕ ਖਰੀਦ ਕੇ ਚਲੇ ਜਾਣਗੇ। ਕਿਸਾਨ ਕਿਹਦੇ ਮਗਰ ਤੁਰਿਆ ਫਿਰੂਗਾ? ਐਸਡੀਐਮ ਦਾ ਰੱਖਿਆ ਉਹਨਾਂ ਨੇ, ਕੋਰਟ 'ਚ ਜਾਣ ਤੋਂ ਪਾਬੰਦੀ ਲਾਤੀ ਕਿਉਂਕਿ ਉਹਨਾਂ ਦੀ ਸ਼ਰਤ ਸੀਗੀ ਵੀ ਸਾਨੂੰ ਕੋਰਟਾਂ 'ਚ ਨਾ ਭਜਾਓ ਜੀ, ਅਸੀਂ ਕਿੱਥੇ ਕਿੱਥੇ ਤਰੀਕੇ ਭੁਗਤਦੇ ਫਿਰਾਂਗੇ, ਜੇ ਕੋਈ ਠੱਗੀ ਮਾਰਨ ਦੀ ਲੋੜ ਪੈ ਗਈ ਤਾਂ। ਐਸਡੀਐਮ ਨੂੰ ਮੈਨੂਵਰ ਕਰਨਾ, ਐਸਡੀਐਮ ਨੂੰ ਤਾਂ ਪੈਸੇ ਵਾਲਾ ਮੈਨੂਵਰ ਕਰੇਗਾ। ਅਨਫੋਰਚੂਨੇਟਲੀ ਮੈਂ ਮੰਡੀ ਬੋਰਡ 'ਚ ਰਿਹਾ ਹਾਂ, ਸਾਡੇ ਐਡਮਿਨਿਸਟ੍ਰੇਟਰ ਲੱਗਦੇ ਸੀਗੇ, ਮੈਨੂੰ ਪਤਾ ਆ ਕਿ 500-500 ਰੁਪਏ ਤੱਕ ਵੀ ਕਿੰਨੇ ਤੱਕ ਇਹਨਾਂ 'ਚੋਂ ਕਿੰਨੇ % ਬੰਦੇ ਆਨੈਸਟ ਨੇ ਤੇ ਕਿੰਨੇ % ਬੰਦੇ ਜਿਹੜੇ ਆ। ਮੈਂ ਹੁਣ ਉਹਨਾਂ ਦੀ ਐਜ਼ ਏ ਕਾਡਰ ਬਦਨਾਮੀ ਨਹੀਂ ਕਰਨੀ ਚਾਹੁੰਦਾ, ਬਟ ਜਿਹੜਾ ਆ ਹਾਲਾਤ ਬਹੁਤ ਮਾੜੇ ਆ। ਕਿੰਨਿਆਂ ਕੁ ਲੋਕਾਂ ਨੂੰ ਇਨਸਾਫ ਦਿੰਦੇ ਆ, ਕਿੰਨਿਆਂ ਕੁ ਨੂੰ ਮਿਲਦੇ ਆ। ਇਹਨਾਂ ਵਿੱਚੋਂ ਕਈਆਂ ਨੂੰ ਆਟੇ ਦਾ ਰੇਟ ਅੱਜ ਵੀ ਨਹੀਂ ਪਤਾ ਹੋਣਾ, ਕਣਕ ਜਿਹੜਾ ਦਾਲਾਂ ਦੇ ਰੇਟ ਅੱਜ ਵੀ ਨਹੀਂ ਪਤਾ ਹੋਣੇ। ਸਾਰਾ ਕੁਝ ਫ੍ਰੀ ਮੈਜੋਰਟੀ ਦੇ ਜਾਂਦਾ। ਮੈਂ ਨਹੀਂ ਕਹਿੰਦਾ ਚੰਗੇ ਬੰਦੇ ਹੈ ਨਹੀਂਗੇ, ਮੈਜੋਰਟੀ ਦੇ ਘਰ ਫ੍ਰੀ ਜਾਂਦਾ ਆ। ਇਹ ਕਿਸਾਨ ਦੇ ਮਿੱਤ ਥੋੜੀ ਹੋਣਗੇ, ਨਾਟ ਐਟ ਆਲ। ਸੋ ਇਹ ਸਾਰੇ ਜਿਹੜੇ ਇਹ ਗਲਤ ਤਰੀਕੇ ਨਾਲ ਲਾਗੂ ਕੀਤੇ ਜਾਏ, ਕਰੂਐਲਿਟੀ ਨਾਲ ਇਹ ਬਣਾਏ ਗਏ। ਨਹੀਂ, ਬਿਲਕੁਲ ਸਹੀ ਗੱਲ ਹੈ ਜੀ। ਦੇਖੋ ਜਿਹੜਾ ਬਿਗ ਡਿਫਰੈਂਸ ਜਿਹੜਾ ਹੈਗਾ, ਜਿਵੇਂ ਤੁਸੀਂ ਦੱਸਿਆ ਕਿ ਲੈਂਡ ਜਿਹੜੀ ਹੈ ਇੱਥੇ 4000 ਏਕੜ ਤੱਕ ਵੀ ਹੈ ਤੇ ਉੱਥੇ ਜਿਹੜੀ ਹੈਗੀ ਆ ਉਹ 5 ਏਕੜ ਤੋਂ ਘੱਟ। ਉਹ ਜੇ ਉਹਦਾ ਵੀ ਅੱਧ ਲਾ ਲਈਏ ਆਪਾਂ 75% ਦਾ ਵੀ, ਤਾਂ ਉਹਨਾਂ ਕੋਲੇ 2 ਜਾਂ 2.5 ਏਕੜ ਜ਼ਮੀਨ ਹੈ, ਜਿਹਦੇ ਨਾਲ ਕਿ ਸਰਵਾਈਵਲ ਜਿਹੜੀ ਹੈ ਉਹ ਪੋਸੀਬਲ ਹੀ ਹੈ ਨਹੀਂ। ਬਾਕੀ ਬਿਲਕੁਲ ਤੁਹਾਡਾ ਪੁਆਇੰਟ ਸਹੀ ਹੈ ਕਿ ਇੱਥੇ ਦੇ ਫਾਰਮਰਸ ਨੂੰ ਸਬਸਿਡੀ ਮਿਲਦੀ ਹੈ, ਸਬਸਿਡੀ ਦੇ ਬੇਸ ਦੇ ਉੱਤੇ ਸਰਵਾਈਵਲ ਹੁੰਦੀ ਹੈ, ਡਿਪੈਂਡਿੰਗ ਔਨ ਕਿ ਜਿਹੜਾ ਉਹ ਕੁਦਰਤ ਦੀ ਮਾਰ ਕਿੰਨੀ ਕੁ ਪਈ ਹੈ। ਸਬਸਿਡੀ ਵੱਧ ਵੀ ਸਕਦੀ ਹੈ, ਘੱਟ ਵੀ ਸਕਦੀ ਹੈ, ਤਾਂ ਇਹ ਸਰਵਾਈਵ ਕਰਦੇ ਹੈ। ਜੋ ਤੁਸੀਂ ਕਿਹਾ ਹੈਗਾ ਇਹ ਪੁਆਇੰਟ ਜਿਹੜੇ ਹੈ ਵਾਕਈ ਰੀਜ਼ਨ ਹੈ ਕਿ ਇਹ ਜਿਹੜਾ ਸਿਸਟਮ ਜੋ ਚਾਹੁੰਦੇ ਆ ਉੱਥੇ ਲਾਗੂ ਹੋਊਗਾ। ਇੱਕ ਹੋਰ ਪੁਆਇੰਟ ਜਿਹੜਾ ਇਹਦੇ ਵਿੱਚ ਇਹ ਹੈ ਕਿ ਇੱਥੇ ਸਾਡੇ ਕੋਲੇ ਇੱਕ ਫਾਰਮਰ ਕੋਲੇ 10 ਖਰੀਦਦਾਰ ਹੈਗੇ ਆ, ਉਹ ਇੱਕ ਨੂੰ ਨਹੀਂ ਚਾਹੁੰਦਾ ਦੂਜੇ ਨੂੰ ਦੇ ਦੂ, ਤੀਜੇ ਨੂੰ ਦੇ ਦੂ। ਉੱਥੇ ਪ੍ਰੋਬਲਮ ਹੈ ਕਿ ਖਰੀਦਦਾਰ ਇੱਕ ਹੈ ਤੇ ਜਿਹੜੇ ਆਪਣਾ ਸਟੋਰ ਕਰਨਾ ਉਹ ਦੂਜਾ, ਤੇ 2 ਬੰਦਿਆਂ ਤੋਂ ਬਿਨਾਂ ਦੂਜਾ ਹੈ ਹੀ ਕੋਈ, ਤੀਜਾ ਹੈ ਹੀ ਕੋਈ ਨਹੀਂ ਜਿਹਨੂੰ ਇਹ ਆਪਦੀ ਫਸਲ ਦੇ ਸਕਣਗੇ। ਤੇ ਗਰੀਬ ਤਾਂ ਮਰਦੇ ਬਾਰੇ ਨੇ, ਉਹਨੇ ਤਾਂ ਦੇਣੀ ਹੈ, ਉਹਨੇ ਤਾਂ ਖਾਣਾ ਹੀ ਖਾਣਾ। ਅੱਜ ਕੱਲ੍ਹ ਆੜਤੀਆਂ ਦੀ ਜੋ ਹਾਲਤ ਸੀਗੀ ਕਿ ਜੱਟ ਜਿਹੜਾ ਉਹ ਪਹਿਲਾਂ ਆੜਤੀਆਂ ਤੋਂ ਲੈ ਲੈਂਦਾ, ਜਦੋਂ ਫਸਲ ਉਹਨੇ ਵੇਚਣੀ ਹੈ ਉਸ ਤੋਂ ਬਾਅਦ ਉਹ ਉਹਨਾਂ ਨੂੰ ਵਾਪਸ ਕਰਦਾ ਕਿ ਭਾਈ ਮੈਂ ਤੇਥੋਂ ਇੰਨੇ ਪੈਸੇ ਫੜੇ ਸੀਗੇ, ਜਿਹਦੇ ਨਾਲ ਕਿ ਆਮ ਫਾਰਮਰ ਦਾ ਹਜੇ ਗੁਜ਼ਾਰਾ ਹੁੰਦਾ। ਤੇ ਜੇ ਕਿਤੇ ਜਿਵੇਂ ਤੁਸੀਂ ਸਮਝਾਇਆ ਕਿ ਇਹ ਫ੍ਰੀ ਮਾਰਕੀਟ ਵਾਲਾ ਕਨਸੈਪਟ ਜਿਹਨੂੰ ਇਹ ਕਹਿੰਦੇ ਆ ਜੀ, ਦੇਖੋ ਜੀ ਡਿਵੈਲਪ ਕੰਟਰੀ ਦੇ ਵਿੱਚ ਇਹ ਚੱਲ ਰਿਹਾ ਤੇ ਉਹਦੇ ਨਾਲ ਇਹ ਤਾਂ ਉਹਨਾਂ ਨੂੰ ਬਿਲਕੁਲ ਹੀ ਜ਼ਮੀਨੋਂ ਉਹਨਾਂ ਦੀਆਂ ਖੋਹ ਲੈਣਗੇ ਬੇਸਿਕਲੀ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜਗਤਾਰ ਸਿੰਘ ਸੰਘੇੜਾ ਜੀ ਇਸ ਪ੍ਰੋਗਰਾਮ ਤੇ ਆਉਣ ਲਈ ਤੇ ਫੇਸਬੁੱਕ ਚਰਚਾ ਲਈ। ਤੇ ਤੁਹਾਡਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਫਿਰ ਤੁਹਾਨੂੰ ਅਸੀਂ ਕਿਸੇ ਮੌਕੇ ਤੇ ਤਕਲੀਫ ਦਿਆਂਗੇ ਤੇ ਅੱਗੇ ਵੀ ਤੁਸੀਂ ਇਸ ਪ੍ਰੋਗਰਾਮ ਤੇ ਆਏ ਹੈ ਤੇ ਤੁਹਾਡਾ ਸਤਿ ਸ੍ਰੀ ਅਕਾਲ ਤੇ ਸਾਰੇ ਦੇਖਣ ਵਾਲਿਆਂ ਨੂੰ ਵੀ ਸਤਿ ਸ੍ਰੀ ਅਕਾਲ। ਤੇ ਇਸ ਨਾਲ ਅਸੀਂ ਆਪਦਾ ਪ੍ਰੋਗਰਾਮ ਅੱਜ ਸਮਾਪਤ ਕਰਦੇ ਹਾਂ। ਥੈਂਕ ਯੂ ਕੁਵਿੰਦਰ ਗਿੱਲ ਜੀ, ਥੈਂਕ ਯੂ ਵੀਰ। ਮੈਨੂੰ ਵੀ ਸਾਰੇ ਸਰੋਤਿਆਂ ਦੇ ਰੂਬਰੂ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਫਿਰ ਮਿਲਾਂਗੇ ਕਿਸੇ ਦਿਨ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।